ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਕੇਹਰ ਸਿੰਘ ਜੀ ਮੌਜੂਦ ਨੇ। ਕੁਝ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਪੰਜਾਬੀ ਦੇ ਵਿੱਚ ਕਮੈਂਟ ਕਰੋਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਧੰਨਵਾਦ ਜੀ ਸੁਖਵਿੰਦਰ ਜੀ, ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਸ਼ੁਰੂਆਤ ਇੱਥੋਂ ਕਰਦੇ ਆ ਕਿ ਜੋ ਹਾਲਾਤ ਜਿਸ ਤਰੀਕੇ ਦੇ ਨਜ਼ਰ ਆ ਰਹੇ ਨੇ ਜਾਂ ਗਾਂ ਜਿਸ ਤਰੀਕੇ ਦਾ ਨਜ਼ਰ ਆਉਂਦਾ ਹੈ ਕਿ ਜੋ ਅੱਜ ਹਰਿਆਣਾ ਦੇ ਵਿੱਚ ਬੀਤ ਰਿਹਾ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ, ਸਟੇਟਾਂ ਦੇ ਵਿੱਚ ਬੀਤ ਰਿਹਾ, ਉਹਦਾ ਪੰਜਾਬ ਤੇ ਕਿੱਦਾਂ ਦਾ ਅਸਰ ਪੈਣਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ, ਮੀਡੀਆ ਦੇ ਨਾਲ ਰੂਬਰੂ ਹੁੰਦੇ, ਇਹ ਗੱਲ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਚੁੱਪ ਕਿਉਂ ਨੇ, ਮੁਲਕ ਸੜ ਰਿਹਾ, ਅੱਗ ਲੱਗ ਰਹੀ ਹੈ ਚਾਰੋਂ ਪਾਸੇ। ਪਰ ਸਵਾਲ ਇਹਨਾਂ ਨੂੰ ਵੀ ਕਰਨਾ ਬਣਦਾ ਹੈ ਕਿ ਤਿਰੰਗਾ ਮਾਰਚ ਜਾਂ ਸ਼ਾਂਤੀ ਮਾਰਚ ਪੰਜਾਬ ਦੇ ਵਿੱਚ ਬਹੁਤ ਹੋਇਆ ਸੀ। ਇੱਥੇ ਕਾਲੀ ਮਾਤਾ ਮੰਦਿਰ ਦੇ ਬਾਅਦ ਜਦੋਂ ਘਟਨਾਵਾਂ ਵਾਪਰੀਆਂ ਤਾਂ ਉਦੋਂ ਬਹੁਤ ਕੁਝ ਕੀਤਾ ਗਿਆ। ਅੱਜ ਜਿਹੜਾ ਸਿਰਫ ਕੀ ਬਿਆਨ ਦੇਣ ਦੇ ਤੱਕ ਸੀਮਤ ਰਹਿਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ, ਜਾਂ ਉਸ ਤਰੀਕੇ ਦਾ ਪ੍ਰੈਸ਼ਰ, ਕਿਉਂਕਿ ਹਰਿਆਣਾ ਵੀ ਇਹਨਾਂ ਦੇ ਲਈ ਇੱਕ ਤਰਜੀਹ ਹੁੰਦੀ ਹੈ ਪੰਜਾਬ ਤੋਂ ਬਾਅਦ, ਜਿਹਨੂੰ ਕੇਜਰੀਵਾਲ ਸਾਹਿਬ ਦੀ ਜਨਮ ਭੂਮੀ ਵੀ ਕਿਹਾ ਜਾਂਦਾ ਹੈ, ਜੋ ਕਾਫੀ ਐਕਟਿਵ ਰਹਿੰਦੇ ਨੇ ਹਰਿਆਣੇ ਦੇ ਮਸਲੇ ਦੇ ਵਿੱਚ। ਅੱਗੇ ਜਾ ਕੇ ਇਲੈਕਸ਼ਨ ਵੀ ਆਉਣੀਆਂ, ਠੀਕ ਹੈ। ਜਵਾਬਦੇਹੀ ਤਾਂ ਸਾਰੀਆਂ ਪਾਰਟੀਆਂ ਦੀ ਬਣਦੀ ਹੈ ਕਿ ਕਿਹੜੀ ਪਾਰਟੀ ਹਰਿਆਣਾ ਦੇ ਮਸਲੇ ਦੇ ਵਿੱਚ, ਨੂੰਹ ਦੇ ਵਿੱਚ ਜੋ ਵਾਪਰ ਰਿਹਾ ਉਹਦੇ ਵਿੱਚ ਕੀ ਕਰ ਰਹੀ ਹੈ, ਜਾਂ ਮੁਸਲਿਮ ਭਾਈਚਾਰੇ ਦੇ ਮਸਲੇ ਦੇ ਵਿੱਚ ਕੀ ਕਰ ਰਹੀ ਹੈ। ਉੱਥੇ ਜੋ ਕੁਝ ਦੰਗੇ ਭੜਕੇ ਜਾਂ ਹੁਣ ਵੀ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ, ਅਲਰਟ ਦੇ ਉੱਤੇ ਦਿੱਲੀ ਵੀ ਹੈ, ਸਾਰੀ ਥਾਵਾਂ ਦੀ ਹੈ। ਤੁਸੀਂ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਵਰਤਾਰਾ ਨਾ ਉਹਦੇ ਵੱਲ ਇਸ਼ਾਰਾ ਕਰ ਰਹੇ ਹੋ, ਔਰ ਮੈਨੂੰ ਲੱਗਦਾ ਹੈ ਕਿ ਹਰ ਉਹ ਬਸ਼ਰ ਜਿਹੜਾ ਹਿੰਦੁਸਤਾਨ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦਾ ਹੈ ਔਰ ਤਰੱਕੀ ਚਾਹੁੰਦਾ ਹੈ, ਉਹ ਇਸ ਗੱਲ ਤੋਂ ਚਿੰਤਤ ਹੈ ਕਿ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਵਿੱਚ ਸਿਰਜਿਆ ਜਾ ਰਿਹਾ ਹੋਇਆ, ਉਹਦੀ ਐਗਜ਼ਾਮਪਲ ਆ ਹੁਣ ਲੇਟੈਸਟ ਆਪਾਂ ਦੇਖ ਹੀ ਰਹੀ ਹੈ ਜੋ ਹਰਿਆਣੇ ਵਿੱਚ ਹੋਇਆ, ਔਰ ਉਹਦੇ ਦੰਗੇ ਦਾ ਅਸਰ ਜਾ ਕੇ ਫਿਰ ਗੁੜਗਾਉਂ 'ਚ ਹੋ ਗਿਆ, ਦਿੱਲੀ ਦੀਆਂ ਬਰੂਹਾਂ ਤੇ ਹੋ ਗਿਆ, ਔਰ ਸਾਰੇ ਪਾਸੇ ਜਿਹਨੂੰ ਆਪਾਂ ਅਗਜ਼ਨੀ ਹੋਈ ਹੈ, ਉਹ ਹੁਣ ਇਸ ਵੇਲੇ ਜਿਹਨੂੰ ਕਹੀਏ ਕਿ ਭਾਂਬੜ ਬਲ ਨੂੰ ਤਿਆਰ ਪਿਆ ਹੋਇਆ, ਇਹ ਕਿਤੇ ਵੀ ਤੀਲੀ ਲੱਗ ਸਕਦੀ ਹੈ। ਯਾਨੀ ਕਹੋ ਕਿ ਬਾਲਣ ਤਿਆਰ ਹੋ ਚੁੱਕਿਆ, ਸੁੱਕਾ ਬਾਲਣ ਪਿਆ ਤੇ ਤੇਲ ਵੀ ਪਾਇਆ ਪਿਆ, ਸਿਰਫ ਹੁਣ ਤੀਲੀ ਲੱਗਣ ਦੀ ਕਸਰ ਹੈ। ਇਸ ਕਿਸਮ ਦਾ ਮਾਹੌਲ ਬਣ ਚੁੱਕਿਆ ਹੋਇਆ, ਇਸ ਕਿਸਮ ਦੀ ਮਾਨਸਿਕਤਾ ਬਣ ਗਈ ਹੋਈ ਹੈ ਜਿਹੜੀ ਕਿ ਬੜੀ ਅਨਫਾਰਚੂਨੇਟ ਹੈ। ਇਹਦੇ ਪਿੱਛੇ ਆਪਾਂ ਜੇ ਕਹੀਏ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਇਹਦੇ ਪਿੱਛੇ ਵੱਡੀ ਸਿਆਸਤ ਸ਼ਾਮਲ ਹੈ। ਕਿਸੇ ਵੀ ਸਮਾਜ ਦੇ ਵਿੱਚ ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਕਿ ਵੰਡੀਆਂ ਤੇ ਪਈਆਂ ਹੀ ਹੁੰਦੀਆਂ, ਚਾਹੇ ਉਹ ਧਰਮ ਦੇ ਆਧਾਰ ਤੇ ਹੋਣ, ਜਾਤ ਦੇ ਆਧਾਰ ਤੇ ਹੋਣ, ਖਿੱਤੇ ਦੇ ਆਧਾਰ ਤੇ ਹੋਣ, ਬੋਲੀ ਦੇ ਆਧਾਰ ਤੇ ਹੋਣ, ਸੱਭਿਆਚਾਰ ਦੇ ਆਧਾਰ ਤੇ ਹੋਣ। ਇਹ ਵੰਡੀਆਂ ਪਈਆਂ ਹੁੰਦੀਆਂ, ਹਰ ਸਮਾਜ ਦੇ ਵਿੱਚ ਪਈਆਂ ਹੁੰਦੀਆਂ। ਪਰ ਉਹ ਵੰਡੀਆਂ ਦੇ ਵਿੱਚ ਜਿਹੜੇ ਪਿਆ ਹੋਈਆਂ ਵੰਡੀਆਂ ਦੇ ਵਿੱਚ ਲੋਕ ਹੈ, ਉਹਨਾਂ ਦੇ ਵਿੱਚ ਦੁਸ਼ਮਣੀ ਦੀ ਭਾਵਨਾ ਪੈਦਾ ਹੋ ਜਾਏ ਔਰ ਇੱਕ ਦੂਸਰੇ ਨੂੰ ਮਾਰਨ ਤੇ ਤਿਆਰ ਹੋ ਜਾਣ, ਇਹੋ ਜਿਹੀ ਭਾਵਨਾ ਜਿਹੜੀ ਆ ਨਾ ਜੀ, ਇਹ ਆਪਣੇ ਆਪ ਨਹੀਂ ਆਉਂਦੀ ਹੁੰਦੀ। ਲੋਕ ਆਪਸ ਵਿੱਚ ਇਹਨਾਂ ਡਿਫਰੈਂਸ ਦੇ ਬਾਵਜੂਦ ਰਲ ਮਿਲ ਕੇ ਰਹਿਣਾ ਸਿੱਖ ਜਾਂਦੇ ਹੈ। ਇਹ ਸਾਡਾ ਤਜਰਬਾ ਹੈਗਾ। ਵੱਡੇ ਲੋਕ ਤੁਸੀਂ ਦੇਖੋ, ਹਿੰਦੁਸਤਾਨ ਜਦੋਂ 1947 ਦੀ ਵੰਡ ਹੋਈ ਹੈ, ਉਦੋਂ ਵੀ ਵਰਤਾਰਾ ਸਾਡੇ ਸਾਹਮਣੇ ਆਇਆ, ਔਰ ਜਿਹੜੇ ਐਕਸਪਰਟ ਵਿਦਵਾਨ ਹੈ ਜਿਨ੍ਹਾਂ ਨੇ ਪੁਸਤਕਾਂ ਲਿਖੀਆਂ ਹੋਈਆਂ, ਜਿਹਦੇ ਵਿੱਚ ਇਸ਼ਤਿਆਕ ਅਹਿਮਦ ਦੀ ਕਿਤਾਬ ਵੀ ਹੈ, ਕਿਰਪਾਲ ਸਿੰਘ ਉਹਨਾਂ ਦੀ ਕਿਤਾਬ ਵੀ ਹੈਗੀ, ਜਿਹਨੇ ਵੰਡ ਬਾਰੇ ਪੁਸਤਕਾਂ ਲਿਖੀਆਂ, ਹੋਰ ਵੀ ਲਿਟਰੇਚਰ ਬੜਾ ਆਇਆ ਹੈ। ਉਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੋ ਕੇ ਨਿੱਤਰ ਕੇ ਸਾਹਮਣੇ ਆਉਂਦੀ ਹੈ ਸੁਖਵਿੰਦਰ ਜੀ, ਕਿ ਲੋਕ ਇੱਕ ਦੂਸਰੇ ਨਾਲ ਉਹ ਫਰਕ ਦੇ ਬਾਵਜੂਦ ਭਾਈਚਾਰਾ ਬਣਾ ਕੇ ਰਹਿੰਦੇ ਆ। ਔਰ ਤੁਸੀਂ ਦੇਖਿਆ ਹੋਣਾ ਕਿ ਜਿੰਨੀਆਂ ਸਟੱਡੀਜ਼ ਆਈਆਂ ਉਹਦੇ ਵਿੱਚ ਵੀ ਇਹੀ ਹੈ ਕਿ ਗੁਆਂਢੀਆਂ ਨੇ ਗੁਆਂਢੀਆਂ ਨੂੰ ਨਹੀਂ ਮਾਰਿਆ, ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਿਹੜੇ ਅਣਜਾਣੇ ਲੋਕ ਹਨ, ਭੜਕਾਏ ਹੋਏ ਭੀੜ ਜਿਸਨੂੰ ਆਪਾਂ ਕਹਿੰਦੇ ਆ, ਉਹ ਆ ਕੇ ਫਿਰ ਇਹ ਸਾਰੀ ਕਾਰਵਾਈ ਕਰਦੇ ਹੈ, ਚਾਹੇ ਉਹ ਲੁੱਟ ਮਾਰ ਦੇ ਨਾਂ ਤੇ ਕਰਨ, ਉਹਨਾਂ ਦਾ ਲਾਲਚ ਹੋਏ, ਤੇ ਧਰਮ ਦੇ ਨਾਂ ਤੇ ਕੀਤਾ ਜਾਂਦਾ, ਉਹਨਾਂ ਨੂੰ ਭੜਕਾਇਆ ਜਾਂਦਾ ਹੁੰਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਇਹੋ ਜਿਹੀ ਅੱਗ
ਵਗਦੀ ਹੈ ਨਾ ਜੀ, ਉਹਨਾਂ ਦੇ ਪਿੱਛੇ ਚੁਆਤੀ ਲਾਉਣ ਵਾਲੇ ਉਹ ਅਨਸਰ ਹੁੰਦੇ ਹੈ ਜਿਨ੍ਹਾਂ ਦਾ ਆਪਣਾ ਹਿੱਤ ਹੁੰਦਾ ਹੈ, ਔਰ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ, ਚਾਹੇ ਉਹ ਰਾਜਨੀਤਿਕ ਹੋਵੇ, ਚਾਹੇ ਚੌਧਰ ਦਾ ਹੋਵੇ, ਚਾਹੇ ਭੁੱਖ ਨੰਗ ਨੂੰ ਦੂਰ ਕਰਨ ਦਾ ਹੋਵੇ, ਇਹ ਕੁਝ ਵੀ ਕਾਰਨ ਹੋ ਸਕਦੇ ਹੈ, ਉਹਦੇ ਨਾਲ ਇਹ ਦੰਗੇ ਭੜਕਦੇ ਆ। ਸੁਖਵਿੰਦਰ ਜੀ, ਆਪਾਂ ਨੂੰ ਇੱਕ ਗੱਲ ਤੇ ਇਹ ਬੜੀ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਆਪਣੇ ਆਪ ਦੰਗੇ ਨਹੀਂ ਹੁੰਦੇ। ਦੰਗੇ ਉਦੋਂ ਹੀ ਹੁੰਦੇ ਹਨ ਜਦੋਂ ਉਹਨਾਂ ਦੇ ਪਿੱਛੇ ਉਕਸਾਉਣ ਵਾਲੇ, ਉਹਨਾਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰਨ ਵਾਲੇ ਔਰ ਅਗਵਾਈ ਦੇਣ ਵਾਲੇ ਬੰਦੇ ਨਾ ਹੋਣ, ਉਹਨਾਂ ਚਿਰ ਦੰਗੇ ਨਹੀਂ ਹੁੰਦੇ। ਸੋ ਇਹ ਪਲੈਨਿੰਗ ਵੀ ਹੁੰਦੀ ਹੈ, ਉਕਸਾਇਆ ਵੀ ਜਾਂਦਾ ਹੈ, ਧਰਾਤਲ ਤੇ ਪਈ ਹੋਈ ਹੈ, ਵੰਡੀਆਂ ਤੇ ਸਮਾਜ ਦੇ ਵਿੱਚ ਪਈਆਂ ਹੀ ਹੁੰਦੀਆਂ, ਉਹਨਾਂ ਨੂੰ ਐਕਸਪਲਾਇਟ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਾਡਾ ਇਤਿਹਾਸ ਇਹੀ ਸਿਖਾਉਂਦਾ। ਹੁਣ ਤੁਸੀਂ ਦੇਖੋ ਕਿ ਜੋ ਨੂਹ ਦੇ ਵਿੱਚ ਹੋਇਆ, ਆਪਾਂ ਨੂੰ ਪਤਾ ਹੈ ਕਿ ਇਹ ਸਾਰਾ ਮਵਾਦ ਦਾ ਇਲਾਕਾ ਮੁਸਲਿਮ ਮੈਜੋਰਿਟੀ ਏਰੀਆ ਹੈਗਾ, ਔਰ ਉੱਥੇ ਮੁਸਲਿਮ ਮੈਜੋਰਿਟੀ ਏਰੀਆਜ਼ ਦੇ ਵਿੱਚ ਇਹੋ ਜਿਹੇ ਕੁਝ ਅਨਸਰਾਂ ਵੱਲੋਂ ਇੱਕ ਭੜਕਾਊ ਬਿਆਨ ਦਿੱਤੇ ਜਾਂਦੇ ਹੈ ਕਿ ਇੱਥੇ ਉਹ ਜਿਹੜਾ ਹੈ ਨਾ ਮੋਨੂ ਮਾਨੇਸਰ ਦੀ ਗੱਲ ਕਰਦੇ ਆ, ਜਿਹੜਾ ਕਿ ਗਊ ਰਕਸ਼ਕ ਦੇ ਵਿੱਚ ਹੈ, ਜਿਨ੍ਹਾਂ ਦੇ ਖਿਲਾਫ ਮੁਕੱਦਮੇ ਵੀ ਚੱਲ ਰਹੇ ਹੋਏ ਆ, ਤੇ ਉਹਦੇ ਬਿਆਨ ਆਏ ਹੋਏ ਆ। ਸੋ ਉਹ ਇੱਕ ਕਾਰਨ ਬਣਦਾ ਹੈ ਜਿਹਦੇ ਕਰਕੇ ਮੁਸਲਿਮ ਭਾਈਚਾਰੇ ਦੇ ਵਿੱਚ ਵੀ ਇਹੋ ਜਿਹੇ ਅਨਸਰ ਪਏ ਹੋਏ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਨੂੰ ਉਕਸਾਇਆ ਔਰ ਉਹਨਾਂ ਨੇ ਅਟੈਕ ਕੀਤਾ ਔਰ ਬੰਦਿਆਂ ਨੂੰ ਮਾਰ ਦਿੱਤਾ। ਉਹ ਫੈਕਟ ਸਾਡੇ ਸਾਹਮਣੇ ਹੈ ਕਿ ਚਾਹੇ ਹੋਮਗਾਰਡ ਮਾਰੇ ਗਏ ਹੋਣ, ਚਾਹੇ ਹਿੰਦੂ ਜਦੋਂ ਮੰਦਿਰ ਵਿੱਚ ਲੁਕ ਜਾਂਦੇ ਤੇ ਉਹਨਾਂ ਤੇ ਅਟੈਕ ਕੀਤਾ ਜਾਂਦਾ ਹੈ। ਸੋ ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਦੋਨਾਂ ਭਾਈਚਾਰਿਆਂ ਦੇ ਵਿੱਚੋਂ ਉਕਸਾਉਣ ਵਾਲਿਆਂ ਨੇ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਜੇ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏ ਤੇ ਉਕਸਾਉਣ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ, ਔਰ ਸਖਤ ਕਾਰਵਾਈ ਉਦੋਂ ਹੀ ਸੰਭਵ ਹੈ ਜਦੋਂ ਸਰਕਾਰਾਂ ਦੇ ਵਿੱਚ ਵਿਲ ਪਾਰ ਹੋਏ ਔਰ ਉਹ ਸ਼ਾਂਤੀ ਸਥਾਪਿਤ ਕਰਨੀਆਂ ਚਾਹੁੰਦੀਆਂ ਹੋਣ। ਤੇ ਜੇ ਰੂਲਿੰਗ ਡਿਸਪੈਂਸੇਸ਼ਨ ਜਿਹੜੀ ਹੈ ਉਹ ਪੱਖਪਾਤੀ ਹੋ ਜਾਏ ਸੁਖਵਿੰਦਰ ਜੀ, ਤੇ ਫਿਰ ਲਾਅ ਐਂਡ ਆਰਡਰ ਠੀਕ ਲਾਗੂ ਨਹੀਂ। ਸੋ ਇਹ ਜਿਹੜੀ ਵੀ ਡਿਸਪੈਂਸੇਸ਼ਨ ਹੋਵੇ, ਕਿਤੇ ਵੀ ਹੋਵੇ, ਜਦੋਂ ਉਹ ਪੱਖਪਾਤੀ ਹੋ ਜਾਏ, ਸਾਡੇ ਸਾਹਮਣੇ ਹੀ ਹੈ, ਆਪਾਂ ਨੂੰ ਪਤਾ ਹੈ ਮਣੀਪੁਰ ਦੇ ਵਿੱਚ ਵੀ ਸਾਡੇ ਸਾਹਮਣੇ ਹੀ ਆ ਰਿਹਾ। ਜਦੋਂ ਸਰਕਾਰਾਂ ਮਨ ਬਣਾ ਲੈਣ ਕਿ ਇਹੋ ਜਿਹੇ ਦੰਗੇ ਨਹੀਂ ਹੋਣ ਦੇਣੇ, ਤੇ ਉਹ ਦੰਗੇ ਰੁਕ ਜਾਂਦੇ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਜੇ ਸਰਕਾਰਾਂ ਅਵੇਸਲੇ ਹੋ ਜਾਣ ਤੇ ਜਾਂ ਪੱਖਪਾਤੀ ਹੋ ਜਾਣ ਤੇ ਇਹ ਅੱਗ ਬਹੁਤ ਭੜਕ ਜਾਂਦੀ ਹੈ, ਔਰ ਇਹ ਅੱਗ ਭੜਕੀ ਹੋਈ ਕਿਸੇ ਨੂੰ ਨਹੀਂ ਛੱਡਦੀ, ਫਿਰ ਕਿਸੇ ਨਾਲ ਘੱਟ ਨਹੀਂ ਕਰਦੀ। ਅਲਟੀਮੇਟਲੀ ਇਹ ਦੇਸ਼ ਦਾ ਨੁਕਸਾਨ ਹੁੰਦਾ, ਸਾਰੇ ਹੀ ਭਾਈਚਾਰਿਆਂ ਦਾ ਨੁਕਸਾਨ ਹੁੰਦਾ। ਔਰ ਖਾਸ ਕਰਕੇ ਸੁਖਵਿੰਦਰ ਜੀ, ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਨੇ ਜੀ, ਉਹਨਾਂ ਦਾ ਵਧੇਰੇ ਨੁਕਸਾਨ ਹੁੰਦਾ। ਆਪਾਂ ਨੂੰ ਪਤਾ ਹੈ ਕਿ ਜੇ ਹਿੰਦੁਸਤਾਨ ਦਾ ਆਪਾਂ ਇਤਿਹਾਸ ਸਾਹਮਣੇ ਰੱਖ ਲਈਏ, ਜਿੰਨੇ ਦੰਗੇ ਹੋਏ ਹੈ, ਜਿੰਨਾ ਇਤਿਹਾਸ ਇਹਦਾ ਅਜੇ ਤੱਕ ਫਿਗਰਸ ਆਈਆਂ ਹੋਈਆਂ ਕਿ ਕਿੰਨੇ ਬੰਦੇ ਵੱਖ-ਵੱਖ ਭਾਈਚਾਰਿਆਂ ਦੇ ਮਰੇ ਹੈ, ਉਹਦੇ ਵਿੱਚ ਵਧੇਰੇ ਗਿਣਤੀ, ਵੱਡੀ ਗਿਣਤੀ ਮਾਈਨੋਰਿਟੀਜ਼ ਦੇ ਬੰਦਿਆਂ ਦੀ ਹੈ ਜਿਹੜੇ ਇਹਨਾਂ ਦੰਗਿਆਂ ਦੇ ਵਿੱਚ ਵਧੇਰੇ ਮਾਰੇ ਗਏ। ਵੱਡਾ ਭਾਈਚਾਰਾ ਹੈ, ਉਹਦੇ ਵੀ ਬੰਦੇ ਮਾਰਦੇ ਨੇ, ਪਰ ਉਹਨਾਂ ਦੀ ਗਿਣਤੀ ਘੱਟ ਹੁੰਦੀ, ਜਿੰਨੀਆਂ ਸਟੱਡੀਜ਼ ਆ ਚੁੱਕੀਆਂ ਇਹਦੇ ਬਾਰੇ। ਸੋ ਇਹ ਤੋਂ ਕਹਿਣ ਤੋਂ ਭਾਵ ਇਹ ਹੈ ਕਿ ਦੋ ਸਬਕ ਸਾਨੂੰ ਸਿੱਖਣ ਦੀ ਲੋੜ ਹੈ। ਪਹਿਲੀ ਤੇ ਗੱਲ ਇਹ ਕਿ ਇਹ ਦੰਗੇ ਆਪਣੇ ਆਪ ਨਹੀਂ ਹੁੰਦੇ, ਇਹਨਾਂ ਨੂੰ ਜਥੇਬੰਦ ਕੀਤਾ ਜਾਂਦਾ, ਇਹਨਾਂ ਨੂੰ ਉਕਸਾਇਆ ਜਾਂਦਾ ਹੈ ਕੁਝ ਕਾਰਨਾਂ ਕਰਕੇ। ਔਰ ਜੇ ਸਰਕਾਰਾਂ ਇਹਨਾਂ ਪ੍ਰਤੀ ਅਵੇਸਲੀਆਂ ਹੋ ਜਾਣ, ਕਾਨੂੰਨ ਨਾ ਲਾਗੂ ਕੀਤਾ ਜਾਏ, ਤੇ ਫਿਰ ਦੰਗੇ ਵਧੇਰੇ ਭੜਕ ਜਾਂਦੇ, ਕੰਟਰੋਲ ਨਹੀਂ ਹੁੰਦੇ। ਦੰਗੇ ਮਜ਼ਬੂਤ ਸਰਕਾਰਾਂ ਹੀ ਰੋਕ ਸਕਦੀਆਂ, ਜਦੋਂ ਉਹ ਮਨ ਬਣਾ ਲੈਣ ਰੁਕ ਜਾਂਦੀਆਂ, ਨਹੀਂ ਤੇ ਇਹ ਦੰਗੇ ਵਧੇਰੇ ਭੜਕ ਜਾਂਦੇ ਆ। ਇਹ ਆਪਣੇ ਹੁਣ ਤੱਕ ਜਿਹੜੇ ਦੰਗਿਆਂ ਦੇ ਆਪਾਂ ਨੂੰ ਸਬਕ ਸਿੱਖ ਲੈਣੇ ਚਾਹੀਦੇ ਆ, ਔਰ ਖਾਸ ਕਰਕੇ ਮਾਈਨੋਰਿਟੀ ਜਿਹੜੀ ਘੱਟ ਗਿਣਤੀ ਭਾਈਚਾਰੇ ਹੈ, ਉਹਨਾਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਖਾਸ ਕਰਕੇ ਜਦੋਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸ਼ਾਸਕ ਵਰਗ ਹਿੰਦੁੱਤਵ ਦੀ ਗੱਲ ਵੱਧ ਚੜ ਕੇ ਕਰ ਰਿਹਾ ਹੋਇਆ। ਔਰ ਤੁਸੀਂ ਸੁਣਿਆ ਹੋਣਾ ਕਿ ਜਿੰਨੇ ਵੀ ਆਪਣੇ ਹਿੰਦੂ ਭਾਈਚਾਰੇ ਦੇ ਸੰਤ ਹਨ,
ਔਰ ਉਹਨਾਂ ਦੇ ਬੁਲਾਰੇ ਹਨ, ਉਹਨਾਂ ਦੀਆਂ ਤੁਸੀਂ ਵੀਡੀਓਜ਼ ਸੁਣੋ, ਤੁਸੀਂ ਉਹਨਾਂ ਤੋਂ ਡਰ ਲੱਗਦਾ ਮੈਨੂੰ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਘੱਟ ਗਿਣਤੀ ਦੇ ਭਾਈਚਾਰੇ ਬੁਲਾਰੇ ਹੈ ਉਹ ਕੋਈ ਘੱਟ ਕਰਦੇ, ਉਹ ਵੀ ਭੜਕਾਊ ਗੱਲਾਂ ਕਰਦੇ ਹੈ, ਪਰ ਜਦੋਂ ਵੱਡੀ ਗਿਣਤੀ ਵਾਲਾ ਭਾਈਚਾਰਾ ਜਿਹੜਾ ਹੈ ਉਹਦੇ ਮਾਣਯੋਗ ਬੁਲਾਰੇ ਇਸ ਤਰ੍ਹਾਂ ਦੀਆਂ ਉਕਸਾਊ ਤਕਰੀਰਾਂ ਕਰਨ ਤਾਂ ਉਹ ਬਹੁਤ ਖਤਰਨਾਕ ਹੁੰਦੀਆਂ, ਕਿਉਂਕਿ ਵੱਡੀ ਗਿਣਤੀ ਜਿਹੜੀ ਹੈਗੀ ਹੈ ਉਹਦੇ ਤੇ ਜ਼ਿੰਮੇਵਾਰੀ ਆਉਂਦੀ ਹੈ ਕਿ ਸ਼ਾਂਤੀ ਜੇ ਕਾਇਮ ਰੱਖਣੀ ਹੈ ਤੇ ਉਹਨੂੰ ਥੋੜਾ ਜਿਹਾ ਵੱਡਾ ਜਿਗਰਾ ਦਿਖਾਉਣ ਦੀ ਲੋੜ ਹੁੰਦੀ ਹੈ। ਉਹਦਾ ਕਾਰਨ ਸਾਈਕੋਲੋਜੀਕਲ ਹੈ। ਮਾਨਸਿਕਤਾ ਇਹ ਕਹਿੰਦੀ ਹੈ ਕਿ ਜਿਹੜੇ ਘੱਟ ਗਿਣਤੀ ਭਾਈਚਾਰੇ ਹੁੰਦੇ ਆ ਨਾ, ਉਹ ਹਮੇਸ਼ਾ ਡਰੇ ਰਹਿੰਦੇ ਆ, ਉਹ ਪੀੜਿਤ ਮਹਿਸੂਸ ਕਰਦੇ, ਉਹਨਾਂ ਨੂੰ ਭਰੋਸੇ ਵਿੱਚ ਲੈਣ ਦੀ ਜ਼ਿੰਮੇਵਾਰੀ ਵੱਡੀ ਗਿਣਤੀ ਦੀ ਹੁੰਦੀ ਹੈ। ਜਦੋਂ ਵੱਡਾ ਭਾਈਚਾਰਾ ਅਜਿਹੀ ਨਹੀਂ ਕਰਦਾ ਨਾ, ਤੇ ਮੈਨੂੰ ਲੱਗਦਾ ਕਿ ਉਹ ਕੋਤਾਹੀ ਕਰ ਰਿਹਾ ਹੁੰਦਾ ਹੈ, ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਵੀ ਉਕਸਾਹਟ ਤੋਂ ਬਚਣ ਦੀ ਲੋੜ ਹੁੰਦੀ ਹੈ। ਜਦੋਂ ਉਕਸਾਹਟ ਵਿੱਚ ਆ ਕੇ ਉਹ ਹਿੰਸਕ ਹੋ ਜਾਂਦੇ ਹੈ ਤੇ ਅਲਟੀਮੇਟਲੀ ਉਹ ਆਤਮਘਾਤੀ ਹੋ ਨਿਬੜਦੀ ਹੈ ਗੱਲ, ਨੁਕਸਾਨ ਉਹਨਾਂ ਨੂੰ ਵੀ ਜ਼ਿਆਦਾ ਝੱਲਣਾ ਪੈਂਦਾ ਹੈ। ਇਹੋ ਜਿਹਾ ਵਰਤਾਰਾ ਔਰ ਇਹੋ ਜਿਹਾ ਇਤਿਹਾਸ ਸਬਕ ਸਾਨੂੰ ਸਿੱਖਣ ਦੀ ਲੋੜ ਹੈ ਇਸ ਵਰਤਾਰੇ ਤੋਂ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਜਦੋਂ ਮੈਂ ਸਵਾਲ ਨੂੰ ਥੋੜਾ ਹੋਰ ਰਿਪੀਟ ਕਰਦਾ ਦੁਬਾਰਾ ਉਸ ਗੱਲ ਨੂੰ, ਕਿ ਜਦੋਂ ਸ਼ਾਂਤੀ ਮਾਰਚ ਜਾਂ ਤਿਰੰਗਾ ਮਾਰਚ ਦੀ ਗੱਲ ਤੋਰਦੇ ਆ, ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਢੰਗ ਦੇ ਨਾਲ ਇਹਦੇ ਉੱਤੇ ਸਿਆਸਤ ਕਰਦੀਆਂ ਨੇ ਕਿ ਅਸੀਂ ਕਿਵੇਂ ਲੋਕਾਂ ਦੇ ਵਿੱਚ ਉਸ ਕਿਸਮ ਦੀ ਭਲ ਬਣਾਈਏ ਕਿ ਅਸੀਂ ਜਿਹੜੇ ਤੁਹਾਡੇ ਖੈਰ ਖੁਆਹ ਆ। ਤਾਂ ਉਹਦੇ ਉੱਤੇ ਵੀ ਬਹੁਤ ਸਾਰੇ ਸਵਾਲ ਉੱਠਦੇ ਕਿ ਇੱਕ ਵਾਰੀ ਤੁਸੀਂ ਜਦੋਂ ਕਿਸੇ ਤੇ ਉਂਗਲ ਚੁੱਕਦੇ ਹੋ ਤਾਂ ਬਹੁਤੀਆਂ ਉਂਗਲਾਂ ਤੁਹਾਡੇ ਵੱਲ ਵੀ ਉੱਠਦੀਆਂ ਨੇ ਕਿ ਤੁਹਾਡੀ ਕੀ ਭੂਮਿਕਾ ਆ ਇਸ ਸਭ ਨੂੰ ਲੈ ਕੇ, ਜਾਂ ਫਿਰ ਤੁਸੀਂ ਚੁੱਪ-ਚਪੀਤੇ ਦੇਖ ਰਹੇ ਹੋ ਕਿ ਕਿਹੜੀ ਧਿਰ ਨੂੰ ਅਸੀਂ ਖੁਸ਼ ਰੱਖਣਾ ਆ ਜਾਂ ਉਸ ਧਿਰ ਨੂੰ ਕਿਵੇਂ ਆਪਣੇ ਹੱਕ 'ਚ ਭੁਗਤਾਉਣਾ ਆ, ਜਾਂ ਅਸੀਂ ਕਿਸ ਲਾਈਨ ਦੇ ਉੱਤੇ ਤਰਨਾ, ਸਾਡਾ ਏਜੰਡਾ ਕੀ ਹੈ। ਅਸੀਂ ਵੀ ਤਾਂ ਇਹੀ ਚਾਹੁੰਦੇ ਆ ਕਿ ਬਹੁ ਗਿਣਤੀ ਦੀ ਵੋਟ ਸਾਡੇ ਕੋਲੇ ਆਵੇ। ਇਹ ਸਿਆਸੀ ਧਿਰਾਂ 'ਚ ਅਕਸਰ ਇਹੀ ਗੱਲਾਂ ਚੱਲਦੀਆਂ। ਫਿਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸੁਖਵਿੰਦਰ ਜੀ। ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਨਾ ਵੀ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਰੂਲਿੰਗ ਸਾਡੀ ਪਾਰਟੀ ਹੈਗੀ ਹੈ, ਆਪ ਪਾਰਟੀ ਜਿਸਨੂੰ ਆਪਾਂ ਕਹਿੰਦੇ ਆ, ਇਸ ਵੇਲੇ ਜਿਹੜਾ ਡਰ ਮੈਨੂੰ ਲੱਗ ਰਿਹਾ ਨਾ, ਜਿਹੜਾ ਮੈਨੂੰ ਸਮਝ ਆਉਂਦੀ ਸੁਖਵਿੰਦਰ ਜੀ, ਮਾਹੌਲ ਜਿਹੜਾ ਬਣ ਚੁੱਕਿਆ ਹੋਇਆ ਨਾ, ਉਹ ਬਹੁ ਗਿਣਤੀ ਭਾਈਚਾਰੇ ਨੂੰ ਦੀ ਖੁਸ਼ਨੁਦੀ ਹਾਸਲ ਕਰਨ ਦਾ ਸਾਰੀਆਂ ਹੀ ਪਾਰਟੀਆਂ ਵਿੱਚ। ਈਵਨ ਕਾਂਗਰਸ ਤੁਸੀਂ ਦੇਖ ਲਓ, ਜਿਹੜੀਆਂ ਰਾਸ਼ਟਰੀ ਪਾਰਟੀਆਂ ਹੈਗੀਆਂ ਉਹਨਾਂ ਦਾ ਹੋ ਗਿਆ, ਆਪ ਵਾਲਿਆਂ ਦਾ ਹੋ ਗਿਆ, ਸਾਰੀਆਂ ਪਾਰਟੀਆਂ ਦਾ ਤੁਸੀਂ ਦੇਖੋਗੇ ਕਿ ਕੋਈ ਖੁੱਲੇ ਰੂਪ ਵਿੱਚ ਇਸ ਰੁਝਾਨ ਨੂੰ ਠੱਲ ਪਾਉਣ ਵਾਸਤੇ, ਜਿਸ ਨੂੰ ਕਹੀਏ ਕਿ ਅਗਵਾਈ ਦੇਣ ਵਾਸਤੇ ਤਿਆਰ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜੇ ਇੱਥੇ ਹੁਣ ਅੱਗ ਲੱਗੀ ਹੋਈ ਹੈ ਤੇ ਸ਼ਾਂਤੀ ਮਾਰਚ ਕਰਨ ਵਾਸਤੇ ਆਮ ਆਦਮੀ ਪਾਰਟੀ ਕਿਉਂ ਨਹੀਂ ਲੀਡ ਕਰਦੀ, ਜਾਂ ਕਾਂਗਰਸ ਵਾਲੇ ਤਿਰੰਗਾ ਮਾਰਚ ਇੱਥੇ ਕਿਉਂ ਨਹੀਂ ਕਰਦੇ, ਜਾਂ ਹੋਰ ਕਿਉਂ ਉਹ ਜਿਹਾ ਸਟੈਪ ਕਿਉਂ ਨਹੀਂ ਲੈਂਦੇ। ਆਪਾਂ ਮੰਨ ਲਈਏ ਕਿ ਬੀਜੇਪੀ ਦੀ ਤੇ ਸਰਕਾਰ ਹੈ, ਚਲੋ ਉਹਨਾਂ ਨੇ ਤੇ ਜੋ ਯਤਨ ਕਰਨਾ ਜਾਂ ਨਹੀਂ ਕਰਨਾ, ਪਰ ਜਿਹੜੀਆਂ ਦੂਸਰੀਆਂ ਸ਼ਾਂਤੀ ਦੀ ਗੱਲ ਕਰਦੀਆਂ ਨੇ ਪਾਰਟੀਆਂ, ਉਹਨਾਂ ਨੂੰ ਤੇ ਅੱਗੇ ਲੱਗ ਕੇ ਗੱਲ ਕਰਨੀ ਚਾਹੀਦੀ ਹੈ ਨਾ। ਉਹਨਾਂ ਨੇ ਕੋਈ ਯਤਨ, ਬਿਆਨ ਦੇਣਾ ਕੋਈ ਗੱਲ ਨਹੀਂ ਹੁੰਦੀ, ਲਾ ਪਾ ਕੇ ਗੱਲ ਇਹ ਹੈ ਕਿ ਭਾਈਚਾਰਿਆਂ ਦੇ ਵਿੱਚ ਇੱਕ ਖਾਸ ਕਿਸਮ ਦੀ ਸੁਹਿਰਦਤਾ ਕਾਇਮ ਕਰਨ ਵਾਸਤੇ। ਤੁਸੀਂ ਦੇਖੋ ਕਿ ਆਪਾਂ ਨੂੰ ਪੈਰਲਲ ਲੈ ਲਓ, ਤੁਸੀਂ ਦੇਖੋ ਮਹਾਤਮਾ ਗਾਂਧੀ ਦੀ ਜ਼ਿਕਰ ਕਰਦੇ ਨੇ, ਕਿਉਂਕਿ ਆਫਟਰ ਮਹਾਤਮਾ ਗਾਂਧੀ ਦੀ ਜਿਹੜੀ ਅਗਵਾਈ ਹੀ ਕਾਂਗਰਸ ਪਾਰਟੀ ਪ੍ਰਵਾਨ ਕਰਦੀ ਹੈ, ਔਰ ਇਹਦਾ ਹੀ ਦਮ ਬਾਕੀ ਭਰਦੇ ਨੇ ਜਿਹੜੀਆਂ ਸੈਕੂਲਰ ਪਾਰਟੀਆਂ ਹੈਗੀਆਂ, ਚਾਹੇ ਆਪ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਵੀ ਹੋਵੇ। ਮਹਾਤਮਾ ਗਾਂਧੀ ਜਦੋਂ ਇਹੋ ਜਿਹੀ ਗੱਲ ਹੁੰਦੀ ਸੀ ਤੇ ਉਹ ਅੱਗੇ ਹੋ ਕੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਹੁੰਦਾ ਸੀ, ਤੇ ਉਹ ਕਹਿੰਦਾ ਸੀ ਕਿ ਮੈਂ ਭੁੱਖ ਹੜਤਾਲ ਤੇ ਬੈਠਾ, ਜਿੰਨੇ ਚਿਰ ਤੁਸੀਂ ਸ਼ਾਂਤੀ ਨਹੀਂ ਸਥਾਪਿਤ ਕਰਦੇ ਮੈਂ ਮਰ ਜਾਵਾਂਗਾ। ਯਾਨੀ ਕਿ ਜੋ ਵੀ ਉਹਦੇ ਸਾਧਨ ਸੀ, ਤਰੀਕੇ, ਉਹਦੇ ਨਾਲ ਸਹਿਮਤ ਹੋਵੋ ਨਾ ਹੋਵੋ, ਪਰ ਉਹ ਇਹੋ ਜਿਹੇ ਸਟੈਪਸ ਲੈਂਦੇ ਜ਼ਰੂਰ ਹੁੰਦੇ ਸੀਗੇ ਤੇ ਉਹ ਆਪਣੀ ਥਾਂ, ਉਹ ਜੋ ਵੀ ਅਸਰ ਰਸੂਖ ਉਹਦਾ ਹੁੰਦਾ ਸੀ, ਜਿਸ ਨੂੰ ਆਪਾਂ ਸਦਾਚਾਰਕ ਸ਼ਕਤੀ ਹੁੰਦੀ ਹੈ। ਸੋ ਇਹਨਾਂ ਪਾਰਟੀਆਂ ਦੇ ਕੋਲ ਇਸ ਵੇਲੇ ਕਾਡਰ ਵੀ ਹੈਗਾ ਔਰ ਇਹਨਾਂ ਦੀ ਇੱਕ ਸੋਚ ਵੀ ਹੈ, ਆਈਡੀਓਲੋਜੀਕਲ ਪੋਜੀਸ਼ਨ ਵੀ ਹੈਗੀ ਹੈ। ਔਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਸ ਆਈਡੀਓਲੋਜੀਕਲ ਪੋਜੀਸ਼ਨ ਤੇ ਤੁਸੀਂ ਖੜੇ ਹੋ ਤੇ ਜੇ ਤੁਸੀਂ ਧਰਾਤਲ ਤੇ ਨਹੀਂ ਦਿਸਦੇ, ਸਿਰਫ ਬਿਆਨਬਾਜ਼ੀ ਹੀ ਕਰਦੇ ਹੋ, ਤੇ ਉਹਦੇ ਨਾਲ ਗੱਲ ਬਣਨੀ ਨਹੀਂ। ਤੁਸੀਂ ਵਰਦੀ ਤੇ ਪਾਣੀ ਨਹੀਂ ਛਿੜਕ ਰਹੇ, ਤਮਾਸ਼ਬੀਨ ਬਣ ਰਹੇ ਹੋ
ਤਮਾਸ਼ਬੀਨ ਬਣਿਆ ਨਹੀਂ ਗੱਲ ਹੋਣੀ। ਇਹ ਲੀਡਰਸ਼ਿਪ ਤਾਂ ਹੀ ਪ੍ਰੋਵਾਈਡ ਕਰਨੀ ਹੈ ਜੇ ਤੁਸੀਂ ਅੱਗੇ ਹੋ ਕੇ ਐਕਟਿਵ ਪਾਰਟੀਸਿਪੇਟ ਕਰਕੇ ਤੁਸੀਂ ਕੋਈ ਨਾ ਕੋਈ ਰੋਲ ਪਲੇ ਕਰੋ, ਤਾਂ ਗੱਲ ਬਣਦੀ। ਤੁਸੀਂ ਬਿਲਕੁਲ ਇਹ ਠੀਕ ਕਹਿ ਰਹੇ ਹੋ ਜੀ ਸੁਖਵਿੰਦਰ। ਡਾਕਟਰ ਸਾਹਿਬ, ਜਦੋਂ ਮੀਡੀਆ ਦੇ ਵਿੱਚ ਮੈਨੂੰ ਵੀ ਕਈ ਸਾਲ ਹੋ ਗਏ ਕਿ ਜਦੋਂ ਇਹ ਗੱਲ ਤੁਰਦੀ ਹੈ ਕਿ ਜੀ ਖਬਰ ਸੂਤਰਾਂ ਦੇ ਹਵਾਲੇ ਨਾਲ, ਇਹ ਗੱਲ ਯਕੀਨਨ ਹੈ ਕਿ ਉਹ ਕਿਸੇ ਨਾ ਕਿਸੇ ਦਿਮਾਗ ਦੀ ਉਪਜ ਹੁੰਦੀ ਹੈ। ਭਾਵੇਂ ਉਹ ਅੰਦਰੋਂ ਖਬਰ ਆਈ ਹੋਵੇ, ਭਾਵੇਂ ਬਾਹਰੋਂ ਆਈ ਹੋਵੇ, ਭਾਵੇਂ ਉੱਡਦੀ ਆਈ ਹੋਵੇ, ਖਬਰ ਤੇ ਖਬਰ ਬਣ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਹਦੇ ਤੇ ਹੋਰ ਵੀ ਚਰਚਾ ਸ਼ੁਰੂ ਹੋਣ ਲੱਗ ਜਾਂਦੀ ਹੈ ਕਿ ਕਿਸੇ ਵੀ ਢੰਗ ਦੇ ਨਾਲ ਉਸ ਖਬਰ ਨੂੰ ਗਾਂਹ ਤੋਰਿਆ ਜਾਵੇ। ਹੁਣ ਜੇ ਕਿਸੇ ਲੀਡਰ ਨੇ ਬਿਆਨ ਦੇ ਦਿੱਤਾ ਆ, ਕਿਸੇ ਬੁਲਾਰੇ ਨੇ ਬਿਆਨ ਦੇ ਦਿੱਤਾ ਕਿ ਹਿੰਦੂ ਡਰੇ ਨਹੀਂ, ਹਿੰਦੂਆਂ ਨੂੰ ਕਿਸੇ ਗੱਲ ਦਾ ਡਰ ਨਹੀਂ, ਹਿੰਦੂ ਬਹੁਤ ਸੁਚੇਤ ਹੋ ਚੁੱਕੇ ਨੇ, ਹਿੰਦੂ ਜਾਗ ਚੁੱਕੇ ਨੇ, ਜਾਂ ਫਿਰ ਇਹ ਵੀ ਕਹਿ ਦਿੱਤਾ ਜਾਂਦਾ ਆ ਕਿ ਇਹ ਜਿਹੜੀਆਂ ਧਿਰਾਂ ਲੱਗੀਆਂ ਹੋਈਆਂ ਇਹ ਕੱਲ ਨੂੰ ਰਾਮ ਮੰਦਿਰ ਨੂੰ ਵਿੱਚ ਰੱਖ ਕੇ ਉੱਥੇ ਵਿਸਫੋਟ ਵੀ ਕਰਾ ਸਕਦੀਆਂ, ਉੱਥੇ ਬਲਾਸਟ ਵੀ ਕਰਾ ਸਕਦੀਆਂ ਕਿ ਇਸ ਨੂੰ ਹੋਰ ਵੱਡਾ ਕੀਤਾ ਜਾਵੇ। ਕਿਉਂਕਿ ਉਸੇ ਸਿਰ ਦੇ ਉੱਤੇ ਹੁਣ ਤੱਕ ਚੋਣਾਂ ਲੜੀਆਂ ਜਾਂਦੀਆਂ ਰਹੀਆਂ, ਉਸੇ ਸਿਰ ਤੇ ਸਾਰਾ ਕੁਝ ਕੀਤਾ। ਹੁਣ ਉਹ ਤਾਂ ਮੁਕੰਮਲ ਹੋ ਗਿਆ ਤੇ ਹੁਣ ਅੱਗੇ ਕੀ ਕਰਨਾ, ਉਹਦੇ ਉੱਤੇ ਫਿਰ ਸਿਆਸਤ ਕਿਵੇਂ ਗਾਂਹ ਤੋਰਨੀ ਹੈ। ਜਾਂ ਗਿਆਨਵਾਪੀ ਵਾਲਾ ਜਦੋਂ ਮਸਲਾ ਤੁਰਦਾ, ਕਹਿੰਦੇ ਮਸਜਿਦ ਨਾ ਕਹੋ, ਇਸਨੂੰ ਮਸਜਿਦ ਨਹੀਂ ਕਹਿਣਾ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਫਿਰ ਅਸੀਂ ਇਸ ਸਿਆਸਤ ਨੂੰ ਕਿਸ ਹੱਦ ਤੱਕ ਮਤਲਬ ਕਿ ਜਾਂਦਾ ਦੇਖੀਏ ਕਿ 2024 ਦੀ ਇਲੈਕਸ਼ਨ ਦੀ ਜਦੋਂ ਗੱਲ ਤੁਰਦੀ ਹੈ ਕਿ ਤੁਸੀਂ ਤਿਆਰ ਹੋ, ਤੁਹਾਡਾ ਏਜੰਡਾ ਸਾਫ਼ ਹੈ, ਤੁਸੀਂ ਕਿਸ ਕਿਸਮ ਦੇ ਨਾਲ ਲੋਕਾਂ ਦੇ ਵਿੱਚ ਜਾਣਾ ਹੈ, ਜਾਂ ਤੁਸੀਂ ਕਿਸ ਕਿਸਮ ਦਾ ਇੱਕ ਡਰ ਭੈ ਜਿਹੜਾ ਉਹ ਘੱਟ ਗਿਣਤੀਆਂ ਦੇ ਵਿੱਚ ਪੈਦਾ ਕਰਕੇ ਰੱਖਣਾ ਕਿ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਧਾਰਮਿਕ ਰਹੁ ਰੀਤਾਂ ਨੇ ਜਦੋਂ ਉਹਨਾਂ ਨੂੰ ਨਿਭਾਉਂਦੇ ਨੇ ਤਾਂ ਉਹਨਾਂ ਦੇ ਅੰਦਰ ਇੱਕ ਸਹਿਮ ਹੁੰਦਾ, ਜਾਂ ਫਿਰ ਉਹ ਜਿੱਥੇ ਬਹੁ ਗਿਣਤੀ ਦੇ ਵਿੱਚ ਬੈਠੇ ਨੇ ਜਾਂ ਘੱਟ ਗਿਣਤੀ ਦੇ ਵਿੱਚ ਵੀ ਬੈਠੇ ਨੇ, ਉੱਥੋਂ ਨਿਕਲਦਿਆਂ ਵੀ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈ ਹੁੰਦਾ ਕਿ ਸ਼ਾਮ ਨੂੰ ਮੁੜਨਾ ਹੈ ਜਾਂ ਨਹੀਂ ਮੁੜਨਾ, ਜਦੋਂ ਇਸ ਕਿਸਮ ਦੀ ਗੱਲ ਤੁਰਦੀ ਹੈ। ਤੁਸੀਂ ਠੀਕ ਕਹਿ ਰਹੇ ਹੋ। ਜਿਹੜੀ ਖਬਰ ਦੀ ਗੱਲ ਕਰਦੇ ਹੋ, ਸੂਤਰਾਂ ਤੋਂ ਖਬਰ ਆਉਂਦੀ ਹੈ, ਇਹ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਦੋਂ ਗੱਲ ਆਉਂਦੀ ਹੈ ਨਾ, ਤੁਹਾਨੂੰ ਪਤਾ ਕਿ ਬੜਾ ਖਤਰਨਾਕ ਰੁਝਾਨ ਆ ਰਿਹਾ ਹੋਇਆ ਕਿ ਗੱਲ ਕਿਤੇ ਨਾ ਕਿਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਫਿਰ ਮੇਨ ਮੀਡੀਆ ਜਿਹੜਾ ਉਹ ਵੀ ਚੁੱਕ ਲੈਂਦਾ ਹੁੰਦਾ। ਔਰ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਤੁਸੀਂ ਹਵਾਲਾ ਦੇ ਰਹੇ ਸੀਗੇ ਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਨਸ਼ਰ ਕਰਨੀਆਂ ਕਿ ਰਾਮ ਮੰਦਿਰ ਜਿਹੜਾ ਹੁਣ ਬਣਨ ਜਾ ਰਿਹਾ ਉੱਥੇ ਅਟੈਕ ਹੋ ਸਕਦਾ। ਹੁਣ ਕਿੰਨਾ ਵਿਸਫੋਟਕ ਇਹ ਬਿਆਨ ਹੈ, ਇਹ ਕਿੱਥੋਂ ਆਇਆ, ਕਿਹਨੇ ਦਿੱਤਾ, ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ, ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਇਹ ਜੀਆਂ ਗੱਲਾਂ ਜਿਹੜੀਆਂ ਹਨ ਸੁਖਵਿੰਦਰ ਜੀ, ਇਹ ਇੰਨੀਆਂ ਪਾੜੂ ਹੁੰਦੀਆਂ, ਵੰਡ ਪਾਊ ਹੁੰਦੀਆਂ, ਫੁੱਟ ਪਾਊ ਹੁੰਦੀਆਂ, ਡਰ ਔਰ ਦਹਿਸ਼ਤ ਦਾ ਮਾਹੌਲ ਸਿਰਜਦੀਆਂ ਜਿਹਦੇ ਨਾਲ ਦੰਗੇ ਭੜਕਦੇ ਹੈ। ਹੁਣ ਤੁਸੀਂ ਦੇਖੋ ਸਾਡਾ ਕਾਨੂੰਨ ਇਹੀ ਆ ਨਾ ਜੀ ਕਿ ਕੋਈ ਅਜਿਹੀ ਗੱਲ ਵੀਡੀਓ ਜਾਂ ਹੋਰ ਇਹੋ ਜਿਹਾ ਬਿਆਨ ਦੇਣ ਵਾਲਾ ਜਿਹੜਾ ਹੈ ਉਹਦੇ ਉੱਪਰ ਯੂਆਪਾ ਲੱਗਦਾ, ਉਹਦੇ ਦੇਸ਼ ਵਿਰੋਧੀ ਜਿਹੜਾ ਕਾਨੂੰਨ ਲੱਗਦਾ ਹੈਗਾ। ਹੁਣ ਇਹ ਇਹਨਾਂ ਤੇ ਕਿਉਂ ਨਹੀਂ ਲਾਗੂ ਹੁੰਦਾ? ਇਹ ਬਿਆਨ ਜਿਹੜੇ ਹਨ, ਮੈਂ ਸਮਝਦਾ ਕਿ ਤੁਸੀਂ ਦੇਖੋ ਜਿੰਨੇ ਸਾਧਵੀਆਂ ਇਸ ਵੇਲੇ ਮੀਡੀਆ ਦੇ ਵਿੱਚ ਤੁਸੀਂ ਸੁਣ ਰਹੇ ਹੋ, ਮੈਂ 3-4 ਹੁਣ ਸੁਣੀਆਂ ਸੀ, ਮਤਲਬ ਤੁਹਾਡੀ ਜਦੋਂ ਗੱਲ ਹੋ ਰਹੀ ਸੀਗੀ ਤੇ ਉਹਦੇ ਵਿੱਚੋਂ ਬਾਗੇਸ਼ਵਰ ਧਾਮ ਵਾਲੇ ਦੀ ਮੈਂ ਸੁਣੀ, ਏਦਾਂ ਹੀ ਉਹ ਗਿਆਨ ਦੇ ਕੋਈ ਆਲਟਰਨੇਟ ਮੀਡੀਆ ਦੀ ਕੋਈ ਹੈਗੀ ਆ, ਗਾਇਤਰੀ ਦੇਵੀ ਦੀ ਇੱਕ ਸੁਣੀ ਆ, ਏਦਾਂ ਹੀ ਇੱਕ ਹੋਰ ਸਾਧ ਹੈਗਾ ਜਿਹੜਾ ਕਿ ਜਿਹਨੇ ਉਹ ਗਵਾਹੀ ਦਿੱਤੀ ਸੀਗੀ ਰਾਮ ਮੰਦਿਰ ਵੇਲੇ ਸੀਗੀ। ਇਹੋ ਜਿਹੀਆਂ ਤੁਸੀਂ ਸੁਣੋ, ਉਹਨਾਂ ਦੀਆਂ ਸਪੀਚਸ ਇੰਨੀਆਂ ਭੜਕਾਊ ਹਨ ਔਰ ਇੰਨਾ ਜਿਹਨੂੰ ਕਹੀਏ ਕਿ ਚੈਲੰਜ ਥਰੋ ਕਰਨ ਵਾਲੀ, ਜਿਹਨੂੰ ਕਹਿੰਦੇ ਨਾ ਥਾਪੜਾ ਮਾਰਨਾ ਜੀ, ਆਓ ਪੱਟ ਤੇ ਥਾਪੜਾ ਮਾਰ ਕੇ ਅਸੀਂ ਆਹ ਕਰ ਦਿਆਂਗੇ, ਤੁਸੀਂ ਆਹ ਕਰ ਦਿਆਂਗੇ, ਤੁਸੀਂ ਨਿਕਲ ਕੇ ਦਿਖਾਓ, ਫਲਾਣਾ ਕਰੋ। ਯਾਨੀ ਕਿ ਮੈਂ ਹੈਰਾਨ ਹਾਂ ਕਿ ਇੰਨੇ ਜ਼ਿੰਮੇਵਾਰ ਔਰ ਮਕਬੂਲ ਜਿਹੜੇ ਬੰਦੇ ਹਨ ਪੱਤਰਕਾਰ ਔਰ ਉਹਨਾਂ ਦੇ ਜਿਹੜੇ ਸਾਧ ਸੰਤ ਹਨ, ਜਿਸ ਕਿਸਮ ਦੇ ਬਿਆਨ ਉਹਨਾਂ ਦੇ ਆ ਰਹੇ ਹੈ, ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ। ਔਰ ਇਹ ਕਿਉਂ ਨਹੀਂ ਹੁੰਦਾ? ਐਕਸ਼ਨ ਹੋਣਾ ਚਾਹੀਦਾ ਹੈ। ਕੋਈ ਉਹ ਗੱਲ ਜਿਹੜੀ ਦੰਗਾ ਭੜਕਾ ਸਕਦੀ ਹੈ, ਲੋਕਾਂ ਦੇ ਪੈਸ਼ਨ ਭੜਕਾ ਸਕਦੀ ਹੈ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਔਰ ਤੁਸੀਂ ਇਸ ਵਰਗ ਨੂੰ ਬਿਲਕੁਲ ਟੋਲਰੇਟ ਕਰ ਲਓਗੇ, ਉਹਨਾਂ ਨੂੰ ਕੁਝ ਨਹੀਂ ਕਹੋਗੇ। ਔਰ ਹੋਣਾ ਇਹ ਹੈ ਕਿ ਦੂਸਰੀ ਧਿਰ ਜਿਹੜੀ ਹੈ ਮਾਈਨੋਰਿਟੀ, ਉਹ ਡਰੀ ਹੋਈ ਆ। ਉਹਦਾ ਡਰੀ ਹੋਈ ਦਾ ਜਿਹੜਾ ਤੁਸੀਂ ਐਗਜ਼ਾਮਪਲ ਹੁਣੇ ਲਓ ਕਿ ਕੱਲ ਉੱਥੇ ਹੋਣੀ ਨਾ ਜੁਮੇ ਦੀ ਨਮਾਜ਼ ਹੋਣੀ ਹੈ, ਉਹ ਜੁਮੇ ਦੀ ਨਮਾਜ਼ ਦਾ ਇੱਕ ਇੰਟਰਵਿਊ ਆ ਰਿਹਾ ਸੀ ਨਾ ਕਿ ਇੱਕ ਮੁਸਲਿਮ ਜਿਹੜਾ ਉੱਥੋਂ ਦਾ ਇਮਾਮ ਹੈ ਜਾਂ ਉਹਨਾਂ ਦਾ ਸਪੋਕਸ ਪਰਸਨ ਹੈ, ਉਹ ਬਿਆਨ ਦੇ ਰਿਹਾ ਹੋਇਆ ਹੈ ਕਿ ਭਾਈ ਇਕੱਠੇ ਨਾ ਹੋਵੋ, ਤੁਸੀਂ ਜਿੱਥੇ ਹੈਗੇ ਹੋ 4-5 ਬੰਦੇ ਆਪਣੇ ਥਾਂ ਜਾ ਕੇ ਤੁਸੀਂ ਨਮਾਜ਼ ਪੜ੍ਹ ਲਓ, ਇਕੱਠੇ ਨਾ ਹੋਵੋ।
ਹੁਣ ਇਹ ਡਰ ਦੀ ਨਿਸ਼ਾਨੀ ਹੈਗੀ ਹੈ, ਜੋ ਇੱਕ ਆਫਟਰ ਰਵਾਇਤ ਹੈ, ਜਿੱਥੇ ਵੀ ਇਕੱਠੇ ਹੋ ਕੇ ਉਹਨਾਂ ਨੇ ਜੁਮੇ ਦੀ ਨਮਾਜ਼ ਪੜ੍ਹਨੀ ਹੈ, ਇੱਕ ਹਰ ਧਰਮ ਦੀ ਰਹੁ ਰੀਤੀ ਹੁੰਦੀ ਹੈ। ਹੁਣ ਉਹ ਜਿਹੜੀ ਹੈ ਡਰ ਦੀ ਭਾਵਨਾ ਚੋਂ ਗੱਲ ਆ ਰਹੀ ਹੋਈ ਹੈ। ਜਦੋਂ ਡਰ ਦੀ ਭਾਵਨਾ ਆਉਂਦੀ ਆ, ਉਹਦੇ ਵਿੱਚੋਂ ਸੁਖਵਿੰਦਰ ਜੀ ਨਫ਼ਰਤ ਨਿਕਲਦੀ ਹੈ ਦੂਸਰੇ ਭਾਈਚਾਰੇ ਪ੍ਰਤੀ। ਇਹ ਨਫ਼ਰਤ ਜਿਹੜੀ ਦੂਸਰੇ ਭਾਈਚਾਰਿਆਂ ਦੇ ਪ੍ਰਤੀ, ਇੱਕ ਦੂਜੇ ਦੇ ਪ੍ਰਤੀ ਬਣ ਜਾਂਦੀ ਹੈ ਨਾ ਜੀ, ਇਹ ਬੜੀ ਘਾਤਕ ਹੁੰਦੀ ਹੈ। ਔਰ ਇਹ ਨਫ਼ਰਤ ਨੂੰ ਠੱਲ ਪਾਉਣ ਦੀ ਲੋੜ ਹੈ। ਸੋ ਉਹ ਬਿਆਨਾਂ ਨਾਲ ਤੇ ਰੁਕਣੀ ਨਹੀਂ ਗੀ। ਜਿਸ ਕਿਸਮ ਦੇ ਬਿਆਨ ਆ ਰਹੇ, ਉਹਨਾਂ ਦੀ ਕੋਈ ਐਕਸ਼ਨ ਨਹੀਂ ਹੋ ਰਿਹਾ ਹੋਇਆ। ਸੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਘੱਟ ਗਿਣਤੀ ਭਾਈਚਾਰੇ ਜਿਹੜੇ ਉਹ ਡਰੇ ਹੋਏ ਹੈ, ਔਰ ਦੂਸਰਾ ਹਿੰਦੂ ਭਾਈਚਾਰਾ ਜਿਹੜਾ ਹੈ, ਮੈਜੋਰਿਟੀ ਦਾ ਭਾਈਚਾਰਾ ਹੈਗਾ, ਉਹ ਵੋਟ ਪੋਲਿਟਿਕਸ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਬੋਝ ਕੇ ਚੱਲ ਰਹੀਆਂ ਹੋਈਆਂ, ਸਿਰਫ ਬਿਆਨ ਦੇ ਦਿੰਦੇ ਹੈ, ਪਰ ਅਲਟੀਮੇਟਲੀ ਉਹ ਇਹ ਨਹੀਂ ਚਾਹੁੰਦੀਆਂ ਕਿ ਅਸੀਂ ਵੱਡੀ ਗਿਣਤੀ ਦੇ ਭਾਈਚਾਰੇ ਨੂੰ ਅਸੀਂ ਨਾਰਾਜ਼ ਨਾ ਕਰ ਲਈਏ। ਸੋ ਉਸ ਨੂੰ ਧਿਆਨ ਵਿੱਚ ਰੱਖਦੇ ਹੋਈ ਇਹ ਰਾਜਨੀਤਿਕ ਬਿਆਨਬਾਜ਼ੀ ਹੋ ਰਹੀ ਹੈ, ਜਿਹੜੀ ਕਿ ਬੜੀ ਖਤਰਨਾਕ ਹੈ ਸੁਖਵਿੰਦਰ ਜੀ। ਇਹ ਤੋਂ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਜੀ। ਡਾਕਟਰ ਸਾਹਿਬ, ਮੈਂ ਨਿੱਜੀ ਤੌਰ ਤੇ ਮਹਿਸੂਸ ਕੀਤਾ ਹੈ ਕਿ ਇੱਕ ਬੜੀ ਮਤਲਬ ਕਿ ਵਿਸਫੋਟਕ ਕਿਸਮ ਦੀ ਸਿਆਸਤ ਹੈ ਕਿ ਜਿਵੇਂ ਕੱਲ ਵੀ ਸ਼ਾਇਦ ਮੈਂ ਕਿਸੇ ਨਾਲ ਜ਼ਿਕਰ ਕਰ ਰਿਹਾ ਸੀ, ਸਾਡੇ ਗੈਸਟ ਇਹ ਗੱਲ ਕਰ ਰਹੇ ਸੀ ਕਿ ਪੈਰ ਦੇ ਉੱਤੇ ਇੱਕ ਮਾਈਨਸ ਟਾਈਪ ਆ ਕਿ ਕੋਈ ਪਤਾ ਨਹੀਂ ਕਿੱਥੋਂ ਕਦੋਂ ਕੀ ਧਮਾਕਾ ਹੋ ਜੇ। ਕੋਈ ਸਮਾਂ ਸੀ, ਵੈਸੇ ਤੁਹਾਡੀ ਉਮਰ ਬਹੁਤ, ਤੁਸੀਂ ਤੇ ਬਹੁਤ ਤਜਰਬੇ ਕੀਤੇ ਹੋਣੇ, ਜੇ ਅਸੀਂ ਅੱਜ ਕੱਲ ਦੀ ਗੱਲ ਕਰੀਏ ਕਿ ਅੱਜ ਕੱਲ ਦੀ ਪੀੜ੍ਹੀ ਕੀ ਦੇਖਦੀ ਹੈ ਕਿ ਜਿਵੇਂ ਕਾਲੀ ਮਾਤਾ ਮੰਦਿਰ ਅਸੀਂ ਦੇਖਣਾ ਕਿ ਕਦੇ ਇਹੋ ਜਿਹੀ ਗੱਲ ਨਹੀਂ ਸੀ ਸੁਣੀ। ਉੱਥੇ ਦੇਖੋ ਹਰੇਕ ਫਿਰਕੇ ਦਾ ਬੰਦਾ ਜਿਹੜਾ ਜਿਹਦੀ ਸ਼ਰਧਾ ਸੀ, ਉਹ ਜਾ ਕੇ ਆਰਾਮ ਨਾਲ ਮੱਥਾ ਟੇਕਦਾ ਸੀ, ਕੋਈ ਕਿਸੇ ਨੂੰ ਸ਼ੱਕੀ ਨਜ਼ਰ ਨਾਲ ਨਹੀਂ ਸੀ ਵੇਖਦਾ। ਦਰਬਾਰ ਸਾਹਿਬ ਜੇ ਕੋਈ ਨਤਮਸਤਕ ਹੋਣ ਜਾਂਦਾ ਸੀਗਾ ਤਾਂ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਤੁਰੀ, ਕੋਈ ਕਿਸੇ ਨੂੰ ਸ਼ੱਕੀ ਨਜ਼ਰੀਏ ਨਾਲ ਦੇਖੇ ਕਿ ਕਿਉਂ ਆ ਗਿਆ, ਇਹ ਹਿੰਦੂ ਹੈ ਜਾਂ ਮੁਸਲਿਮ ਹੈ, ਜਾਂ ਕੋਈ ਗਲੀ 'ਚ ਤੁਰਿਆ ਫਿਰਦਾ ਵੀ ਜੇ ਕਿਸੇ ਤੋਂ ਕੋਈ ਕੰਮਕਾਰ ਕਰਾਉਣਾ ਜਾਂ ਕਿਸੇ ਦੇ ਕੋਲ ਜਾਣਾ, ਕੋਈ ਦੁਕਾਨ ਤੇ ਬੰਦਾ ਤੁਰ ਪਏ, ਕਦੇ ਇਹ ਨਹੀਂ ਸੀ ਸੋਚਿਆ ਗਿਆ ਕਿ ਇਹ ਕਿਹੜੇ ਧਰਮ ਦਾ ਆ। ਪਰ ਜਦੋਂ ਜਿਵੇਂ ਦਰਬਾਰ ਸਾਹਿਬ 'ਚ ਜਦੋਂ ਘਟਨਾ ਵਾਪਰੀ, ਇੱਕ ਨੌਜਵਾਨ ਉੱਥੇ ਪਤਾ ਨਹੀਂ ਅਣਪਛਾਤਾ ਕਿੱਥੋਂ ਆਇਆ ਕਿੱਥੋਂ ਨਹੀਂ, ਅੱਜ ਤੱਕ ਉਹਦਾ ਕੋਈ ਸੁਰਾਗ ਨਹੀਂ ਲੱਗਿਆ। ਏਦਾਂ ਹੀ ਕਾਲੀ ਮਾਤਾ ਮੰਦਿਰ ਦੇ ਬਾਹਰ ਆਲੇ ਦੁਆਲੇ ਪਹਿਰਾ ਲੱਗਿਆ, ਬੜਾ ਡਰ ਭੈ ਜਿਹਾ ਲੋਕਾਂ ਨੂੰ ਦੇਖੋ ਧਾਰਮਿਕ ਸਥਾਨਾਂ ਤੇ ਜਾਂਦਿਆਂ ਵੀ ਆਉਂਦਾ ਵੀ ਕੋਈ ਪਤਾ ਨਹੀਂ ਇੱਥੇ ਕਦੋਂ ਕੀ ਹੈ, ਕਿਹੜੀ ਗੱਲ ਨੂੰ ਬਣਾ ਕੇ ਅੱਗੇ ਪੇਸ਼ ਕਰ ਦੇਣ। ਫਿਰ ਇਹ ਆ ਕਿ ਉਹ ਲੋਕ ਜਿਹੜੇ ਇਹੋ ਜਿਹੀਆਂ ਘਟਨਾਵਾਂ ਨੂੰ ਜਾਂ ਇਹੋ ਜਿਹੇ ਸਥਾਨਾਂ ਦੇ ਉੱਤੇ ਜਾਂ ਉਹਨਾਂ ਨੂੰ ਮੁੱਖ ਕੇਂਦਰ ਬਣਾ ਕੇ ਆਪਣੀ ਸਿਆਸਤ ਚਲਾਉਂਦੇ ਨੇ ਜਾਂ ਦੰਗੇ ਭੜਕਾਉਂਦੇ ਨੇ ਜਾਂ ਕੁਝ ਵੀ ਕਰਦੇ ਨੇ, ਉਹਨਾਂ ਦਾ ਫਿਰ ਇੱਕ ਕਰੈਕਟਰ ਬਿਲਡ ਕੀਤਾ ਜਾਂਦਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਉਹ ਜੀ ਪਾਕ ਸਾਫ਼ ਨੇ, ਉਹਨਾਂ ਦਾ ਕੋਈ ਕਸੂਰ ਨਹੀਂ। ਜਿਵੇਂ ਮੋਨੂ ਇਸਰ ਦੇ ਮਾਮਲੇ ਦੇ ਵਿੱਚ ਹੈ ਕਿ ਲਗਾਤਾਰ ਇੰਟਰਵਿਊਜ਼ ਹੋ ਰਹੀਆਂ ਨੇ, ਲੋਕਾਂ ਦਾ ਸਾਫ਼ ਤੌਰ ਉੱਤੇ ਨਜ਼ਰ ਆ ਰਿਹਾ ਕਿ ਉਸ ਬੰਦੇ ਨੇ ਕਿਵੇਂ ਚੈਲੰਜ ਕੀਤਾ ਜਾਂ ਉਹ ਕੀ ਕਹਿ ਰਿਹਾ ਸੀ। ਉੱਥੋਂ ਦੇ ਮੁਸਲਿਮ ਭਾਈਚਾਰੇ ਵਾਲੇ ਵੀ ਦੱਸ ਰਹੇ ਨੇ ਕਿ ਤੁਹਾਡਾ ਜਵਾਈ ਆ ਰਿਹਾ, ਇਸ ਕਿਸਮ ਦੇ ਨਾਲ ਵੀਡੀਓਜ਼ ਵਾਇਰਲ ਕੀਤੀਆਂ ਗਈਆਂ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਇੰਤਜ਼ਾਰ ਇਹ ਕੀਤਾ ਜਾਂਦਾ ਹੈ ਕਿ ਲੋਕ ਮਨਾਂ ਦੇ ਵਿੱਚ ਇੱਕ ਠੰਡ ਪੈ ਜਾਵੇ, ਕੋਈ ਇਹਦੇ ਬਾਰੇ ਪੁੱਛੇ ਨਾ, ਤਾਂ ਵੀ ਸਵਾਲ ਖੜੇ ਹੁੰਦੇ ਨੇ ਕਿ ਇੱਕ ਮੀਡੀਆ ਦੀ ਉਹ ਧਿਰ ਜਿਹੜੀ ਹੈ ਜਿਹੜੀ ਸਿਰਫ ਇਹ ਆ ਕਿ ਤੁਹਾਡੇ ਅਕਸ ਨੂੰ ਸੁਧਾਰਨ ਵਿੱਚ ਲੱਗੀ ਹੋ, ਭਾਵੇਂ ਕੋਈ ਸਿਆਸੀ ਬੰਦਾ ਹੋਵੇ, ਭਾਵੇਂ ਪ੍ਰਧਾਨ ਮੰਤਰੀ ਸਾਹਿਬ ਹੀ ਕਿਉਂ ਨਾ ਹੋਣ, ਇਹ ਵੀ ਸਵਾਲ ਬੜੇ ਉੱਠਦੇ ਨੇ। ਦੇਖੋ, ਬਦਕਿਸਮਤੀ ਵਾਲੀ ਗੱਲ ਸੁਖਵਿੰਦਰ ਜੀ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੇ ਧਾਰਮਿਕ ਪਾੜੇ ਪੈਂਦੇ ਆ ਨਾ ਜੀ, ਤੇ ਫਿਰ ਧਾਰਮਿਕ ਸਥਾਨ ਵੀ ਉਹਦੀ ਲਪੇਟ ਵਿੱਚ ਆ ਜਾਂਦੇ, ਉਹ ਬਚ ਨਹੀਂ ਸਕਦੇ ਹੁੰਦੇ। ਕਿਉਂਕਿ ਧਾਰਮਿਕ ਸਥਾਨ ਜਿਹੜੇ ਹਨ, ਜਿਹਨੂੰ ਆਪਾਂ ਸਰਬ ਸਾਂਝੇ ਕਹਿੰਦੇ ਆ, ਚਾਹੇ ਆਪਾਂ ਕਾਲੀ ਦੇਵੀ ਦਾ ਮੰਦਿਰ ਦਾ ਇੱਥੇ ਕਹਿੰਦੇ ਕਿ ਇੱਥੇ ਸਿੱਖ ਵੀ ਆਉਂਦੇ ਆ ਤੇ ਹਿੰਦੂ ਤੇ ਆਉਂਦੇ, ਆਪਾਂ ਨੂੰ ਪਤਾ ਇਸ ਖਿੱਤੇ ਦੇ ਵਿੱਚ ਕੋਈ ਫਰਕ ਨਹੀਂ ਗਾ, ਪਰ ਇਹ ਸਵਾਲੀਆ ਫਿਕਰੇ ਲੱਗ ਜਾਂਦੇ ਹੁੰਦੇ ਆ ਜਦੋਂ ਇਸ ਤਰ੍ਹਾਂ ਦਾ ਡਿਫਰੈਂਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਹਰਿਮੰਦਰ ਸਾਹਿਬ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਆਪਾਂ ਨੂੰ ਪਤਾ ਹੈ, ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਇੱਕ ਖਾਸ ਫਿਰਕੇ ਦੇ ਨਾਲ ਜੋੜਨ ਦੀ। ਹਾਲਾਂਕਿ ਹਰਿਮੰਦਰ ਸਾਹਿਬ ਦੀ ਨੀਂਹ ਔਰ ਜਿਸ ਤਰ੍ਹਾਂ ਦਾ ਉਹਦਾ ਸਟਰਕਚਰ ਹੈ ਔਰ ਜਿਸ ਕਿਸਮ ਦਾ ਤਸੱਵਰ ਹੈ, ਕਨਸੈਪਟ ਹੈ, ਉਹ ਹੈ ਹੀ ਵਿਚਾਰੇ ਦਰਵਾਜ਼ੇ ਖੋਲੇ ਨੇ, 4 ਵਰਨਾਂ ਲਈ ਉਹ ਸਾਂਝਾ ਹੈ, ਤੇ ਜੇ ਉਹ 4 ਵਰਨਾਂ ਲਈ ਸਾਂਝਾ ਨਹੀਂ ਰਹਿੰਦਾ ਤੇ ਉਹ ਕਨਸੈਪਟ ਹੀ ਡਿਫੀਟ ਹੋ ਜਾਂਦਾ, ਪਰਪਸ ਹੀ ਡਿਫੀਟ ਹੋ ਜਾਂਦਾ ਹਰਿਮੰਦਰ ਸਾਹਿਬ ਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਬਦਕਿਸਮਤੀ ਹੈ ਕਿ ਜਦੋਂ ਧਾਰਮਿਕ ਕੇਂਦਰ ਜਿਹੜੇ ਨੇ ਉਹ ਦੂਸ਼ਿਤ ਹੋ ਜਾਂਦੇ ਆ, ਔਰ ਮਨੁੱਖ ਦੂਸ਼ਿਤ ਕਰਦਾ, ਉਹ ਸਿਆਸੀ ਲੀਡਰ ਕਰਦੇ ਆ, ਧਰਮ ਨਹੀਂ ਕਰਦਾ, ਆਪਾਂ ਨੂੰ ਪਤਾ ਹੈ। ਉਹਦੇ ਵਿੱਚ ਤੇ ਧਰਮ ਦੇ ਵਿੱਚ ਪਵਿੱਤਰਤਾ ਦਾ ਵਹਿਣ ਹੁੰਦਾ,
ਉਸ ਪਵਿੱਤਰਤਾ ਦੇ ਵਹਿਣ ਨੂੰ ਜਦੋਂ ਫਿਰਕੂ ਰੰਗਤ ਦਿੱਤੀ ਜਾਂਦੀ ਹੈ ਤੇ ਫਿਰਕੂ ਰੰਗਤ ਦਾ ਉਹ ਕੇਂਦਰ ਬਣ ਜਾਂਦੇ ਆ। ਆਪਾਂ ਨੂੰ ਪਤਾ, ਆਪਾਂ 84 ਵੇਲੇ ਵੀ ਜੋ ਉੱਥੇ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ ਜਿਸ ਕਿਸਮ ਦਾ ਵਰਤਾਰਾ ਹੋਇਆ, ਉਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਿੱਖ ਭਾਈਚਾਰੇ ਦੇ ਵੀ ਕੁਝ ਬੰਦਿਆਂ ਨੇ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਇਹ ਬੜੀ ਬਦਕਿਸਮਤੀ ਵਾਲੀ ਗੱਲ ਹੁੰਦੀ ਹੈ। ਤੇ ਇਹ ਸੱਚ ਹੈ ਸੁਖਵਿੰਦਰ ਜੀ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਨਾ ਜੀ, ਉਦੋਂ ਫਿਰ ਮਸਜਿਦ, ਮੰਦਿਰ ਤੇ ਗੁਰਦੁਆਰਾ ਉਹ ਭਾਈਚਾਰਿਆਂ ਦੇ ਸਥਾਨ ਬਣ ਜਾਂਦੇ ਆ, ਉਹ ਸਾਂਝੇ ਨਹੀਂ ਰਹਿੰਦੇ। ਆਪਾਂ ਮਸਜਿਦ ਤੇ ਗੱਲ ਪਹਿਲਾਂ ਹੀ ਕਹਿੰਦੇ ਕਿ ਉਹਦੇ ਵਿੱਚ ਗੈਰ ਮੁਸਲਿਮ ਜਿਹੜਾ ਹੈ ਉਹ ਨਹੀਂ ਜਾਂਦਾ, ਤੁਹਾਨੂੰ ਪਤਾ ਹੀ ਹੈ। ਪਰ ਮੰਦਿਰ ਤੇ ਇਸ ਗੁਰਦੁਆਰੇ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ। ਪਰ ਇਸ ਵੇਲੇ ਸਮੱਸਿਆ ਇਹ ਹੈ ਕਿ ਮੰਦਿਰ ਤੇ ਗੁਰਦੁਆਰਾ ਸਾਹਿਬਾਨ ਨੂੰ ਵੀ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਹਿ ਰਿਹਾ ਸੀ ਕਿ ਮੇਰੀ ਸਮਝ ਇਹੀ ਹੈ ਕਿ ਇਹਦੇ ਪਿੱਛੇ ਜੋ ਰਾਜਨੀਤੀਵਾਨ ਹਨ, ਜੋ ਧਰਮ ਦੇ ਨਾਂ ਤੇ ਆਪਣੀ ਲੀਡਰਸ਼ਿਪ ਚਮਕਾਉਣਾ ਚਾਹੁੰਦੀਆਂ ਧਿਰਾਂ ਜਾਂ ਬੰਦੇ ਹਨ, ਇਹ ਉਹ ਕਰਦੇ ਨੇ। ਤੇ ਉਹਨਾਂ ਨੂੰ ਜਦੋਂ ਪ੍ਰੋਟੈਕਸ਼ਨ ਮਿਲਦੀ ਹੈ ਫਿਰ ਕਾਨੂੰਨ ਦੀ, ਉਹ ਬੜਾ ਖਤਰਨਾਕ ਹੁੰਦਾ। ਹੁਣ ਸਮੱਸਿਆ ਸਾਡੀ ਇਹੀ ਹੈ ਕਿ ਇਹਨਾਂ ਧਿਰਾਂ ਨੂੰ ਕਾਨੂੰਨ ਦੀ ਪ੍ਰੋਟੈਕਸ਼ਨ ਕਿਵੇਂ ਮਿਲਦੀ। ਹੁਣ ਫਾਰ ਐਗਜ਼ਾਮਪਲ ਹੁਣ ਇਹ ਵਰਤਾਰੇ ਦੇ ਵਿੱਚ ਤੁਸੀਂ ਸੁਣ ਰਹੇ ਸੀਗੇ ਕਿ ਮੈਂ ਸੁਣ ਰਿਹਾ ਸੀ ਵੀਡੀਓਜ਼ ਤੇ, ਦੇਖੋ ਜੀ ਹੱਲ ਇਹਨਾਂ ਦਾ ਇਹ ਹੈ ਕਿ ਜੋ ਯੂਪੀ ਦੇ ਵਿੱਚ ਕੀਤਾ ਨਾ ਬਾਬਾ ਜੀ ਨੇ ਕੀਤਾ, ਯੋਗੀ ਜੀ ਨੇ ਕੀਤਾ, ਇਹ ਹੱਲ ਮੁਸਲਮਾਨਾਂ ਦਾ ਉਹੀ ਹੱਲ ਹੈ। ਇੱਥੇ ਪੀਲਾ ਪੰਜਾ ਫਿਰਨਾ ਚਾਹੀਦਾ। ਖੱਟਰ ਸਾਹਿਬ ਇਹ ਕੰਮ ਨਹੀਂ ਕਰ ਸਕਦੇ। ਇੱਥੇ ਉਹ ਕੰਮ ਹੋਣਾ ਚਾਹੀਦਾ ਜੋ ਯੋਗੀ ਜੀ ਨੇ ਕੀਤਾ ਨਾ ਜੀ, ਉੱਥੇ ਮੁਸਲਮਾਨਾਂ ਨੂੰ ਕੁੱਟਿਆ, ਮਾਰਿਆ। ਇਹੀ ਗੱਲ ਜੇ ਖੱਟਰ ਸਾਹਿਬ ਕਰਨ ਤੇ ਤਾਂ ਮਕਬੂਲ ਹੋਣਗੇ, ਨਹੀਂ ਹੋਣਗੇ। ਤੁਸੀਂ ਇਹ ਸਾਰੀਆਂ ਹੀ ਵੀਡੀਓਜ਼ ਸੁਣ ਕੇ ਦੇਖੋ ਜ਼ਰਾ, ਇਹਨਾਂ ਦੀ ਕਿਸ ਤਰ੍ਹਾਂ ਦੀਆਂ ਅੱਗ ਉਗਲਦੀਆਂ ਹੈਗੀਆਂ ਔਰ ਉਕਸਾਊ ਹੈਗੀਆਂ। ਮੈਂ ਜਿਸ ਤਰ੍ਹਾਂ ਪਹਿਲਾਂ ਕਹਿ ਰਿਹਾ ਸੀਗਾ ਕਿ ਇਹਨਾਂ ਅੱਗ ਉਗਲਦੀਆਂ ਔਰ ਉਕਸਾਊ ਜਿਹੜੀਆਂ ਭਾਸ਼ਣ ਹਨ, ਇਹਨਾਂ ਦੇ ਕੋਈ ਬੰਦਿਸ਼ ਨਹੀਂ ਹੈ। ਜਿੰਨਾ ਚਿਰ ਇਹ ਨਹੀਂ ਲੱਗਦੀ, ਇਹਦਾ ਮਤਲਬ ਇਹ ਹੈ ਕਿ ਸਟੇਟ ਦੀ ਪ੍ਰੋਟੈਕਸ਼ਨ ਜਦੋਂ ਇੱਕ ਖਾਸ ਧਿਰ ਨੂੰ ਮਿਲਦੀ ਹੈ ਤਾਂ ਇਹ ਖਤਰਨਾਕ ਨਤੀਜੇ ਉਹਦੇ ਨਿਕਲਦੇ ਨੇ ਸੁਖਵਿੰਦਰ ਜੀ। ਉਦੋਂ ਫਿਰ ਧਾਰਮਿਕ ਸਥਾਨ ਜਿਹੜੇ ਆ ਉਹ ਵੀ ਵੰਡੇ ਜਾਂਦੇ ਆ, ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਖਤਰਨਾਕ ਰੁਝਾਨ ਜਿਹੜਾ ਉਹ ਹੋ ਰਿਹਾ ਜੀ ਸੁਖਵਿੰਦਰ। ਜੀ ਬਿਲਕੁਲ। ਇਹਨਾਂ ਨੇ ਤਾਂ ਆਪਣੇ ਮਸਲਿਆਂ ਦੇ ਵਿੱਚ, ਆਪਣੇ ਏਜੰਡਿਆਂ ਦੇ ਵਿੱਚ ਸੁਪਰੀਮ ਕੋਰਟ ਨੂੰ ਵੀ ਇਸ ਪਾਸੇ ਲਾ ਲਿਆ ਕਿ ਉਹ ਲਗਾਤਾਰ ਉਹਨਾਂ ਨੂੰ ਸੁਣਵਾਈਆਂ ਕਰਨੀਆਂ ਪੈ ਰਹੀਆਂ, ਜਿੱਥੇ ਬਹੁਤ ਅਹਿਮ ਕੇਸ ਅਪਰੋਚ ਕੀਤੀ ਜਾਂਦੀ ਆ ਜਾਂ ਇਨਸਾਫ ਦੀ ਆਸ ਇੱਕੋ ਇੱਕ ਥਾਂ ਤੋਂ ਫਿਰ ਵੱਜੀ ਹੁੰਦੀ ਹੈ ਕਿ ਜੇ ਹੋਰ ਕਿਤੇ ਨਹੀਂ ਤੇ ਆਖਰੀ ਦਰ ਜਿਹੜਾ ਆ ਉਹ ਮਾਣਯੋਗ ਸੁਪਰੀਮ ਕੋਰਟ ਦਾ ਕਿ ਉੱਥੇ ਜਾ ਕੇ ਸਾਨੂੰ ਇਨਸਾਫ ਮਿਲੇਗਾ। ਉੱਥੇ ਧਾਰਾ 370 ਦੀ ਗੱਲ ਜਾਂ ਹੋਰ ਜਿੰਨੇ ਨੇ ਧਰਮ ਤੇ ਆਧਾਰਿਤ ਉਲਝਾਏ ਹੋਏ ਮੁਲਕ ਦੀ ਸਿਆਸਤ ਨੂੰ ਜਿਵੇਂ ਉਲਝਾਇਆ ਹੋਇਆ, ਉਹ ਸਾਰੇ ਉੱਥੇ ਬੈਠੇ ਨੇ। ਰਾਹੁਲ ਗਾਂਧੀ ਹੋਰਾਂ ਦਾ ਮਸਲਾ ਉਹ ਵੀ ਉੱਥੇ ਪਹੁੰਚਿਆ ਹੋਇਆ, ਜਾਂ ਹੋਰ ਜਿਹੜੀ ਸ਼ਿਵ ਸੈਨਾ ਉਹਨਾਂ ਦੇ ਚੋਣ ਨਿਸ਼ਾਨ ਦੀ ਗੱਲ ਹੈ। ਇਹ ਸਾਰੇ ਜਿਹੜੇ ਨੇ ਇੱਧਰ ਉੱਧਰ ਸਾਰਿਆਂ ਨੂੰ ਘੁਮਾ ਘਮੂ ਕੇ ਲਿਆ ਕੇ ਮਾਣਯੋਗ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਪਾਇਆ ਹੋਇਆ, ਤੇ ਉਹ ਵੀ ਜਿਹੜਾ ਇਹਨਾਂ ਮਸਲਿਆਂ ਨੂੰ ਬੜੀ ਸੰਜੀਦਗੀ ਦੇ ਨਾਲ ਦੇਖ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਆਉਣੇ ਨੇ 2024 ਤੱਕ, ਜਿਹੜਾ ਉਹ ਬੜੇ ਦਿਲਚਸਪ ਰਹਿਣੀ ਹੈ ਮਾਣਯੋਗ ਸੁਪਰੀਮ ਕੋਰਟ ਦੀ ਭੂਮਿਕਾ, ਕਿ ਉਹ ਕਿਵੇਂ ਸੰਵਿਧਾਨ ਨੂੰ ਬਚਾਉਣ ਦੇ ਲਈ ਜਾਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਹੋਰ ਅੱਗੇ ਬਣ ਕੇ ਉੱਭਰਦੇ ਨੇ। ਗੱਲ ਇਹ ਆ ਕਿ ਜਦੋਂ ਡਾਕਟਰ ਸਾਹਿਬ ਅਸੀਂ ਪੰਜਾਬ ਦੇ ਹਾਲਾਤਾਂ ਦੀ ਨਾਲੋਂ ਨਾਲ ਗੱਲ ਕਰ ਰਹੇ ਹਾਂ, ਰਵੀ ਸਿੰਘ ਖਾਲਸਾ ਹੋਰਾਂ ਤੇ ਜਦੋਂ ਰੇਡ ਵੱਜ ਹੋਰ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ ਅਦਾਰਿਆਂ ਦੇ ਉੱਤੇ ਰੇਡ, ਉਹਨਾਂ ਦੇ ਘਰਾਂ ਦੇ ਉੱਤੇ ਜਾ ਕੇ ਰੇਡ ਵੱਜਦੀ ਹੈ। ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਜਿਹਦੀ ਜਿਹੜੀ ਸ਼ੱਕੀ ਹਾਲਾਤਾਂ 'ਚ ਯੂਕੇ 'ਚ ਮੌਤ ਹੋਈ ਆ। ਤਾਂ ਇੱਧਰਲੇ ਪਾਸੇ ਤਨਮਨਜੀਤ ਸਿੰਘ ਢੇਸੀ ਜਿਹੜੇ ਯੂਕੇ ਤੋਂ ਆਏ ਸੀ, ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਉਤਰਦਿਆਂ ਸਾਰੀ ਜਿਹੜਾ ਉਹ ਜਾਂਚ ਪੜਤਾਲਾਂ ਦਾ ਸਾਹਮਣਾ ਕਰਨਾ ਪਿਆ, ਜਾਂ ਜਿਸ ਕਿਸਮ ਦੀ ਵੀ ਜੋ ਖਬਰ ਸਾਹਮਣੇ ਆਈ ਹੈ ਨਿਕਲ ਕੇ। ਇਹ ਸਾਰੇ ਹਾਲਾਤ ਜਿਹੜੇ ਨੇ ਉਹ ਬਿਆਨ ਕਰਦੇ ਨੇ। ਜਿਵੇਂ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਵੀ ਇੱਕ ਇਹਨੂੰ ਲੈ ਕੇ ਇਕੱਤਰਤਾ ਕਰਕੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਆਖਿਰਕਾਰ ਕਾਰਨ ਕੀ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਾਂ ਫਿਰ ਨਾਲੋਂ ਨਾਲ ਇੱਕ ਤੀਰ ਨਾਲ ਬਹੁਤ ਸਾਰੇ ਨਿਸ਼ਾਨੇ ਜਿਹੜੇ ਨੇ 2024 ਨੂੰ ਲੈ ਕੇ ਵਿੰਨੇ ਜਾ ਰਹੇ ਨੇ। ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬ ਦੀ ਭੂਮਿਕਾ ਜਿਹੜੀ ਹੈ ਉਹ ਵੀ ਕਾਫੀ ਅਹਿਮ ਹੋ ਜਾਂਦੀ ਹੈ ਕਿ ਕੁਝ ਮਸਲਿਆਂ ਤੇ ਤੁਸੀਂ ਚੁੱਪ ਵੱਟ ਲੈਂਦੇ ਹੋ ਤੇ ਕੁਝ ਕੁ ਮਸਲਿਆਂ ਦੇ ਉੱਤੇ ਤੁਸੀਂ ਆਪਣੇ ਢੰਗ ਦੇ ਨਾਲ ਜਿਹੜਾ ਉਹ ਬਿਆਨ ਜਾਰੀ ਕਰਦੇ ਹੋ।
ਸੁਖਵਿੰਦਰ ਜੀ, ਜਿਹੜਾ ਪੰਜਾਬ ਦੀ ਗੱਲ ਆਪਾਂ ਕਰ ਰਹੇ ਹਾਂ ਨਾ, ਵੀ ਇਹ ਫਿਰ ਉਸੇ ਹੀ ਲੜੀ ਵਿੱਚ ਦੇਖਣ ਦੀ ਲੋੜ ਹੈ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ 'ਚ ਇਸ ਵੇਲੇ ਸਿਰਜਿਆ ਜਾ ਰਿਹਾ ਹੈ। ਉਸੇ ਮਾਹੌਲ ਦੀ ਲੜੀ ਵਿੱਚ ਹੀ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਦੇਖੋ, ਤੁਸੀਂ ਇਹ NIA ਦੇ ਜਿਹੜੇ ਛਾਪੇ ਹੈ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੇ, ਉਹ ਛਾਪੇ ਆਪਾਂ ਨੂੰ ਪਤਾ ਹੈ ਕਿ ਉਹ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਮਾਰੇ ਜਾ ਰਹੇ ਹੋਏ। ਔਰ ਇਸੇ ਤਰ੍ਹਾਂ NIA ਜਿਹੜੀ ਹੈਗੀ ਹੈ, ਔਰ ਉਹਦੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀ, ਖੁਫੀਆ ਏਜੰਸੀਆਂ ਹੈਗੀਆਂ, ਉਹ ਭਾਰਤ ਤੋਂ ਬਾਹਰ ਵੀ ਕਾਰਜਸ਼ੀਲ ਹਨ। ਆਪਾਂ ਨੂੰ ਪਤਾ ਹੈ ਕਿ ਪਹਿਲਾਂ ਮਰਡਰ ਕੁਛ ਹੋਏ ਜਿਹਦੇ ਪਿੱਛੇ ਸ਼ੱਕ ਕੀਤਾ ਜਾਂਦਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਹ ਮਰਡਰ ਕਰਵਾਏ ਹੋਏ ਹੈ। ਯਾਨੀ ਕਿ ਜਿਹੜੀਆਂ ਉੱਥੇ ਹਿੰਦੁਸਤਾਨ ਦੇ ਦੂਤ ਘਰਾਂ ਦੇ ਬਾਹਰ ਜਿਹੜੇ ਉੱਥੇ ਪ੍ਰੋਟੈਸਟ ਹੁੰਦੇ ਸੀਗੇ, ਉਹਨੂੰ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਇੱਕ ਚੈਲੰਜ ਦੇ ਤੌਰ ਤੇ ਲੈ ਰਹੀ ਹੋਈ ਹੈ। ਔਰ ਉਹ ਚੈਲੰਜ ਦੇ ਤੌਰ ਤੇ ਲੈਂਦੇ ਹੋਏ ਉਹ ਉਹਨਾਂ ਅਨਸਰਾਂ ਨੂੰ ਆਇਡੈਂਟੀਫਾਈ ਕਰਨਾ ਚਾਹੁੰਦੀ ਹੈ। ਔਰ ਉਹ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਕੇ ਸਿੱਖ ਭਾਈਚਾਰੇ ਨੂੰ ਵੀ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰੇ ਦਾ ਉਹ ਹਿੱਸਾ ਜਿਹੜਾ ਕਿ ਆਜ਼ਾਦੀ ਪਸੰਦ ਹੈ, ਜਿਹੜਾ ਕਿ ਅਣਖ ਨਾਲ ਜਿਉਣਾ ਚਾਹੁੰਦਾ ਹੈ, ਆਪਣੀਆਂ ਰਹੁ ਰੀਤਾਂ ਦੀ ਰਾਖੀ ਕਰਨਾ ਚਾਹੁੰਦਾ, ਜਿਹਨੂੰ ਕੋਈ ਖਾੜਕੂ ਕਿਸਮ ਦੀ ਸੋਚ ਜਿਹੜੀ ਹੈਗੀ ਹੈ, ਉਹਨਾਂ ਨੂੰ ਖਾਸ ਕਰਕੇ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ। ਔਰ ਉਹਨਾਂ ਨੂੰ ਬਾਕੀ ਭਾਈਚਾਰੇ ਦੇ ਹਿੱਸਿਆਂ ਦੇ ਵਿੱਚ ਵੰਡੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਕਿ ਇੱਕ ਉਹ ਸੋਚ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਜਿਹੜੀ ਸੁਖ ਰਹਿਣੀ ਦੀ ਸੋਚ ਹੋ ਗਈ ਹੈ, ਤਾਕਤ ਦੇ ਵਿੱਚ ਰਹਿਣ ਦੀ ਸੋਚ ਹੋ ਗਈ ਹੈ, ਵੋਟ ਪੋਲਿਟਿਕਸ ਦੀ ਸੋਚ ਹੈਗੀ ਹੈ, ਦੂਸਰੀ ਅਣਖ ਨਾਲ ਜਿਉਣ ਦੀ ਸੋਚ ਹੈਗੀ ਹੈ। ਸੋ ਅਣਖ ਨਾਲ ਸੋਚ ਦੇ ਜਿਹੜੇ ਮੁੱਦਈ ਹਨ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਪਰ ਐਕਸ਼ਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਖਾਲਸਾ ਏਡ ਇਹ ਉਹ ਮੰਨ ਲਓ ਇਹ ਕਿ ਉਹਦਾ ਇੱਕ ਚਿੰਨ੍ਹ ਹੈ ਕਿ ਜਿੱਥੇ ਕਿਤੇ ਵੀ ਕੋਈ ਆਫਤ ਆਉਂਦੀ ਹੈ ਦੁਨੀਆ ਭਰ ਵਿੱਚ, ਉੱਥੇ ਖਾਲਸਾ ਏਡ ਦੇ ਪ੍ਰਤੀਨਿਧ ਹਾਜ਼ਰ ਹੁੰਦੇ ਨੇ ਤੇ ਉਹ ਖਾਲਸੇ ਦੀ ਪ੍ਰਤੀਨਿਧਤਾ ਹੁੰਦੀ ਹੈ। ਉਹ ਬਹੁਤ ਉਹਨਾਂ ਦੀ ਦਿੱਖ ਛਵੀ ਸਮੁੱਚੇ ਸੰਸਾਰ ਦੇ ਵਿੱਚ ਉਹ ਉਗੜਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ। ਸੋ ਇੱਕ ਤੇ ਉਹ ਟਾਰਗੇਟ ਬਣ ਜਾਂਦਾ ਹੁੰਦਾ ਹੈ ਕਿ ਕੋਈ ਅਜਿਹੀ ਜਿਹੜੀ ਹੈ ਵੱਖਰੀ ਛਵੀ ਕਿਸ ਤਰ੍ਹਾਂ ਬਣ ਜਾਏ ਜਿਹਦੇ ਨਾਲ ਇੱਕ ਸ਼ਾਨ ਬਣਦੀ ਹੋਏ। ਆਪਾਂ ਨੂੰ ਪਤਾ ਕਿ ਕਿਸਾਨ ਸੰਘਰਸ਼ ਵਿੱਚ ਵੀ ਖਾਲਸਾ ਏਡ ਬੜੀ ਐਕਟਿਵ ਸੀਗੀ। ਔਰ ਇਦਾਂ ਹੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਉਹ ਬਸ਼ਰ ਜਿਨ੍ਹਾਂ ਦਾ ਵੀ ਥੋੜਾ ਬਹੁਤ ਵੀ ਇਸ ਤਰ੍ਹਾਂ ਦੀ ਸੋਚ ਨਾਲ ਥੋੜਾ ਜਿਹਾ ਲਗਾਓ ਹੈ, ਜਿਸ ਤਰ੍ਹਾਂ ਤਨਮਨ ਸਿੰਘ ਢੇਸੀ ਜਿਹੜੇ ਅੱਜ ਹੀ ਆਏ, ਉਹਨਾਂ ਨੂੰ ਜਿਸ ਤਰ੍ਹਾਂ ਉੱਥੇ 1.5-2 ਘੰਟੇ ਰੋਕਿਆ ਗਿਆ ਅੰਮ੍ਰਿਤਸਰ ਦੇ ਵਿੱਚ, ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਕਾਗਜ਼ਾਂ ਦੀ ਪੜਤਾਲ ਤੇ ਇੰਨਾ ਸਮਾਂ ਲੱਗ ਜਾਂਦਾ ਹੁੰਦਾ। ਅੱਜ ਕੱਲ ਇੰਨੇ ਸਾਧਨ ਹੈਗੇ ਆ ਕਿ ਤੁਸੀਂ ਕਿਸੇ ਨੂੰ ਪੁੱਛਣਾ ਤੇ ਫੋਨ ਤੇ ਨਾਲ ਦੀ ਨਾਲ 2 ਮਿੰਟ 'ਚ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜੋ ਵੀ ਖੁਸ਼ ਹੈਗੀ ਹੈ। ਬਈ 1.5 ਘੰਟੇ ਬਾਅਦ ਉਹਨੂੰ ਤੁਸੀਂ ਜ਼ਲੀਲ ਕਰਕੇ ਇੱਕ ਸਿਗਨਲ ਦੇ ਰਹੇ ਹੋ। ਤੁਸੀਂ ਏਦਾਂ ਹੀ ਤੁਸੀਂ ਦੇਖੋ ਕਿ ਭਾਈ ਅੰਮ੍ਰਿਤਪਾਲ ਖਾਲਸਾ ਜਿਹੜਾ ਹੈਗਾ, ਆਪਾਂ ਉਹਦੀ ਸਿਆਸਤ ਨਾਲ ਸਹਿਮਤ ਹੋਈਏ ਨਾ ਸਹਿਮਤ ਹੋਈਏ, ਪਰ ਉਹਦੀ ਘਰ ਵਾਲੀ ਨੂੰ ਆਪਾਂ ਨੂੰ ਪਤਾ ਹੈ ਕਿ ਉਹ ਉੱਥੋਂ ਦੀ ਨਾਗਰਿਕ ਹੈ। ਔਰ ਉੱਥੋਂ ਪਹਿਲਾਂ ਅੰਮ੍ਰਿਤਸਰ ਤੋਂ ਮੋੜਤਾ, ਫਿਰ ਦਿੱਲੀ ਤੋਂ ਮੋੜ ਦਿੱਤਾ ਉਹਨਾਂ ਨੂੰ, ਯਾਨੀ ਕਿ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੋਈ। ਕਹਿਣ ਤੋਂ ਭਾਵ ਇਹ ਹੈ ਸੁਖਵਿੰਦਰ ਜੀ ਕਿ ਇਸ ਕਿਸਮ ਦੀ ਸੋਚ ਦੇ ਜਿਹੜੇ ਬੰਦੇ ਹਨ, ਉਹਨਾਂ ਨੂੰ ਬਿਲਕੁਲ ਨਿਰ ਉਤਸ਼ਾਹਿਤ ਕਰਨਾ, ਡਰਾਉਣਾ, ਧਮਕਾਉਣਾ, ਉਹ ਨੀਤੀ ਨਾਲ ਚੱਲਿਆ ਜਾ ਰਿਹਾ ਹੈ। ਔਰ ਉਹੀ ਏਜੰਸੀਜ਼ ਜਿਹੜੀਆਂ ਚੱਲ ਰਹੀਆਂ ਹੋਈਆਂ ਤਾਂ ਜੋ ਉਹਨਾਂ ਦਾ ਕਿਸੇ ਕਿਸਮ ਦਾ ਪ੍ਰਭਾਵ ਸਿੱਖ ਭਾਈਚਾਰੇ 'ਚ ਜਿਹੜਾ ਹੈਗਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਏ। ਹਾਲਾਂਕਿ ਮੇਰੀ ਸਮਝ ਵਿੱਚ ਇਹ ਕਾਊਂਟਰ ਪ੍ਰੋਡਕਟਿਵ ਹੁੰਦਾ। ਸਗੋਂ ਅਜਿਹੇ ਜਦੋਂ ਐਕਸ਼ਨ ਸਟੇਟ ਵੱਲੋਂ ਹੁੰਦੇ ਆ ਤਾਂ ਅਜਿਹਾ ਅਨਸਰ ਜਿਹੜਾ ਅਣਖ ਤੇ ਖਾੜਕੂ ਕਿਸਮ ਦੀ ਸਿਆਸਤ ਕਰਨਾ ਚਾਹੁੰਦਾ ਹੈ, ਉਹਨਾਂ ਦੀ ਮਕਬੂਲੀਅਤ ਸਗੋਂ ਵੱਧ ਜਾਂਦੀ ਹੈ। ਇਹ ਡੀਮੋਰਲਾਈਜ਼ ਨਹੀਂ ਹੁੰਦੇ। ਆਪਾਂ ਨੂੰ ਪਤਾ ਹੈ, ਇਹ ਇਤਿਹਾਸ ਸਾਨੂੰ ਇਹੀ ਸਿਖਾਉਂਦਾ, ਸਗੋਂ ਉਹ ਹੋਰ ਮਜ਼ਬੂਤ ਹੋ ਜਾਂਦੀਆਂ। ਹੁਣ ਤੁਸੀਂ ਦੇਖਿਆ ਹੋਣਾ
ਕਿ ਖਾਲਸਾ ਏਡ ਬਾਰੇ ਜਿਹੜੀ ਹੈ ਕਿ ਵੱਖ-ਵੱਖ ਧਿਰਾਂ ਦੇ ਬਿਆਨਾਤ ਆ ਚੁੱਕੇ ਹੋਏ ਹੈ ਔਰ ਸਿੱਖ ਮਾਨਸਿਕਤਾ ਦੇ ਬਾਰੇ ਉਹਦਾ ਪ੍ਰਗਟਾਵਾ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਅਖਬਾਰਾਂ ਦੇ ਵਿੱਚ ਬਿਆਨਾਂ ਦਾ ਤੁਸੀਂ ਦੇਖੋ, ਉਹਨਾਂ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ, ਭੰਡੀ ਕੀਤੀ ਹੈ। ਈਵਨ ਇਸ ਹੱਦ ਤੱਕ ਤੁਸੀਂ ਦੇਖੋ ਕਿ ਬੀਜੇਪੀ ਦੇ ਜੋ ਇੱਥੋਂ ਦੇ ਪੰਜਾਬ ਦੇ ਮੁਖੀ ਹਨ, ਜਾਖੜ ਸਾਹਿਬ, ਸੁਨੀਲ ਜਾਖੜ ਸਾਹਿਬ, ਉਹਨਾਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ ਔਰ ਉਹਨਾਂ ਨੇ ਵੀ ਜਾ ਕੇ ਆਪਣੇ ਪਾਰਟੀ ਦੇ ਮੁਖੀ ਜਿਹੜੇ ਉੱਥੇ ਹਨ, ਹੋਮ ਮਿਨਿਸਟਰ ਹਨ, ਉਹਨਾਂ ਨਾਲ ਇਹ ਮਸਲਾ ਲਿਆ ਹੈ। ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਇਹ ਜੋ ਸਟੈਪ ਤੁਸੀਂ ਲੈ ਰਹੇ ਹੋ ਇਹ ਕਾਊਂਟਰ ਪ੍ਰੋਡਕਟਿਵ ਹੈ, ਤੁਹਾਨੂੰ ਲੈਣਾ ਨਹੀਂ ਚਾਹੀਦਾ। ਇਹ ਕੁਝ ਗੱਲਾਂ ਤੇ ਮੈਨੂੰ ਵੀ ਨਹੀਂ ਸਮਝ ਆ ਰਹੀਆਂ ਕਿ ਇਹ ਕਿਹੋ ਜਿਹੀਆਂ ਨੀਤੀਆਂ ਜਿਹੜੀਆਂ ਹਨ, ਜਿਹੜੀਆਂ ਇਸ ਵੇਲੇ ਦੀ ਸਰਕਾਰ ਕਰ ਰਹੀ ਹੋਈ ਹੈ, ਜਿਹੜੀ ਉਹਨਾਂ ਦੇ ਹਿੱਤ ਵਿੱਚ ਹੀ ਨਹੀਂ। ਇਹ ਮੈਨੂੰ ਨਹੀਂ ਸਮਝ ਆ ਰਹੀ, ਉਹਨਾਂ ਦੇ ਹਿੱਤ ਵਿੱਚ ਨਹੀਂ ਭੁਗਤਦੀਆਂ। ਹਾਲਾਂਕਿ ਕੋਸ਼ਿਸ਼ ਉਹਨਾਂ ਦੀ ਇਹ ਹੋਣੀ ਹੈ ਕਿ ਇਹਦੇ ਨਾਲ ਅਸੀਂ ਇਹਨਾਂ ਨੂੰ ਸੈਕਸ਼ਨ ਨੂੰ ਡੀਮੋਰਲਾਈਜ਼ ਕਰ ਦਾਂਗੇ। ਇੱਦਾਂ ਸੈਕਸ਼ਨ ਡੀਮੋਰਲਾਈਜ਼ ਨਹੀਂ ਹੁੰਦੀਆਂ, ਸਗੋਂ ਉਹਨਾਂ ਦੇ ਆਮ ਸਿੱਖ ਭਾਈਚਾਰੇ ਦੇ ਵਿੱਚ ਉਹਨਾਂ ਦੀ ਪ੍ਰਵਾਨਗੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਸੁਖਵਿੰਦਰ ਜੀ। ਸੋ ਮੇਰੇ ਮੁਤਾਬਕ ਇਹ ਜਿਸ ਸੋਚ ਵਿੱਚੋਂ ਨਿਕਲੀ ਹੋਈ ਗੱਲ ਹੈ ਉਹਦਾ ਬਹਾਨਾ ਤੇ ਸਾਨੂੰ ਪਤਾ ਹੈ ਨਾ, ਬਹਾਨਾ ਆਪਣੇ ਸਾਹਮਣੇ ਹੈ ਕਿ ਜਿਸ ਕਿਸਮ ਦਾ ਇਹ ਵੱਖ ਬਾਹਰਲੇ ਦੇਸ਼ਾਂ ਦੇ ਦੂਤ ਘਰਾਂ ਦੇ ਵਿੱਚ ਇਹਨਾਂ ਨੇ ਉੱਥੇ ਕੀਤਾ ਸੀਗਾ, ਚਾਹੇ ਭਾਰਤੀ ਝੰਡਾ ਜਿਹੜਾ ਉਹਦੀ ਬੇਹੁਰਮਤੀ ਕੀਤੀ ਹੋਵੇ, ਉਹ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ ਕਿ ਉਹ ਤਰੀਕਾਕਾਰ ਮੈਨੂੰ ਉਹ ਠੀਕ ਨਹੀਂ ਲੱਗਦਾ, ਪਰ ਜਿਸ ਢੰਗ ਨਾਲ ਉਹਨੂੰ ਰਿਐਕਟ ਭਾਰਤੀ ਸਰਕਾਰ ਕਰ ਰਹੀ ਹੋਈ ਹੈ ਇਹ ਕਾਊਂਟਰ ਪ੍ਰੋਡਕਟਿਵ ਹੈ। ਇਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਸੁਹਿਰਦਤਾ ਦੇ ਨਾਲ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ ਔਰ ਭਾਈਚਾਰੇ ਨੂੰ ਕਾਨਫੀਡੈਂਸ ਲੈਣਾ ਚਾਹੀਦਾ ਹੈ। ਸੁਹਿਰਦਤਾ ਨਾਲ ਹੀ ਗੱਲ ਬਣਦੀ ਹੈ। ਡਰਾ ਧਮਕਾ ਕੇ ਜੇ ਤੁਸੀਂ ਕੋਸ਼ਿਸ਼ ਕਰੋਗੇ ਕਿ ਸਿੱਖ ਭਾਈਚਾਰੇ ਨੂੰ ਵਿੱਚ ਤੁਸੀਂ ਆਪਣੀ ਪੈਂਠ ਬਣਾ ਲਓਗੇ ਤੇ ਏਦਾਂ ਨਹੀਂ ਬਣਨੀ ਸੁਖਵਿੰਦਰ ਜੀ। ਪਰ ਇਹਦੇ ਤੇ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਚੁੱਪੀ ਵੀ ਬਹੁਤ ਸਵਾਲ ਖੜੇ ਕਰਦੀ ਹੈ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਗੱਲ ਬਿਲਕੁਲ ਨਹੀਂ ਸਮਝ ਆਉਂਦੀ ਕਿ ਬਾਕੀ ਸਾਰੇ ਸਿੱਖ ਭਾਈਚਾਰਾ ਜਿਹੜਾ ਹੈ ਇਹ ਤੇ ਚਿੰਤਤ ਹੈ, ਸੋਸ਼ਲ ਮੀਡੀਆ ਤੇ ਆ ਗਿਆ ਹੋਇਆ ਤੇ ਜਥੇਦਾਰ ਸਾਹਿਬ ਦਾ ਬਿਆਨ ਜਾਂ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲੀ ਦਲ ਦਾ ਬਿਆਨ ਜਿਹੜਾ ਹੈ ਅਜੇ ਮੇਰੇ ਧਿਆਨ ਵਿੱਚ ਨਹੀਂ ਆਇਆ। ਇਹ ਆਉਣਾ ਚਾਹੀਦਾ ਸੀ ਕਿਉਂਕਿ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦੀ ਉਹ ਦਾਅਵਾ ਕਰਦੇ ਹੈ ਤੇ ਜਥੇਦਾਰ ਸਾਹਿਬ ਜਿਹੜੇ ਹਨ ਜਾਂ SGPC ਜਿਹੜੀ ਹੈ ਉਹਨਾਂ ਵੱਲੋਂ ਵੀ ਇਹਦੀ ਭੰਡੀ ਜ਼ਰੂਰ ਕਰਨੀ ਚਾਹੀਦੀ ਹੈ। ਜੇ ਉਹ ਨਹੀਂ ਕਰਨਗੇ ਤੇ ਮੇਰੇ ਮੁਤਾਬਕ ਉਹ ਸਿੱਖ ਭਾਈਚਾਰੇ ਦੇ ਵਿੱਚੋਂ ਅਲੱਗ ਥਲੱਗ ਪੈਣਗੇ, ਉਹਨਾਂ ਦੀ ਮਕਬੂਲੀਅਤ ਘਟੇਗੀ। ਅਜੇ ਤੱਕ ਮੇਰੇ ਧਿਆਨ ਵਿੱਚ ਨਹੀਂ ਆਇਆ ਜੀ। ਬਿਲਕੁਲ ਬਾਰੇ ਕੀ ਕਹਿੰਦੇ ਰਹੇ, ਉਹ ਵੱਖਰੇ ਥਾਂ ਤੇ ਹੋਣਾ ਚਾਹੀਦਾ, ਪਰ ਜਦੋਂ ਸਮੁੱਚੀ ਕੌਮ ਦੀ ਗੱਲ ਆਵੇ ਕਿ ਇਹਨੂੰ ਇੱਕ ਸਮੁੱਚੀ ਕੌਮ ਆਪਣੇ ਤੌਰ ਦੇ ਉੱਤੇ ਮੰਨੇ ਕਿ ਸਾਡੇ ਤੇ ਹਮਲਾ ਹੈ ਜਾਂ ਇਸ ਕਿਸਮ ਦੇ ਨਾਲ, ਬਾਕੀ ਜੋ ਵਿਭਾਗੀ ਕਾਰਵਾਈ ਹੈ ਉਹ ਜਿਵੇਂ ਹੁਣ ਅੱਗੇ ਨੇਪਰੇ ਚੜੇਗੀ ਉਹਦੇ ਵਿੱਚ ਪਤਾ ਲੱਗੇਗਾ ਕਿ ਅਸਲੀਅਤ ਕੀ ਸੀ, ਮਾਮਲਾ ਕਿਉਂ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਲਿਆਂਦਾ ਗਿਆ। ਪਰ ਜਿਹੜੀਆਂ ਸ਼ੱਕ ਦੀਆਂ ਸੂਈਆਂ ਨੇ ਉਹ ਵਾਰ-ਵਾਰ ਕੇਂਦਰ ਦੀਆਂ ਏਜੰਸੀਆਂ ਤੇ ਲਗਾਤਾਰ ਉੱਠਦੀਆਂ। ਮੈਂ ਆਖਰੀ ਸਵਾਲ ਕਰਾਂਗਾ, ਦਿੱਲੀ ਵਾਲੇ ਆਰਡੀਨੈਂਸ ਨੂੰ ਲੈ ਕੇ ਚਰਚਾ ਬਹਿਸ ਜਿਹੜੀ ਹੈ ਉਹ ਸ਼ੁਰੂ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣਾ ਤਰਕ ਦਿੱਤਾ, ਵਿਰੋਧੀ ਧਿਰਾਂ ਨੇ ਜਿਹੜਾ ਇੰਡੀਆ ਦੀ ਗੱਠਜੋੜ ਹੈ ਉਹਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਇਹਨੂੰ ਡਿਪੈਂਡ ਕੀਤਾ ਕਿ ਸਰਕਾਰ ਜਿਹੜੀ ਹੈ ਉਹ ਕੇਂਦਰ ਦੀ ਉਹ ਕਰਨਾ ਕੀ ਚਾਹੁੰਦੀ ਹੈ, ਕੀ ਉਹ ਸੂਬਿਆਂ ਦੇ ਅਧਿਕਾਰਾਂ ਨੂੰ ਖੋਣਾ ਚਾਹੁੰਦੀ ਹੈ, ਦਿੱਲੀ ਦੇ ਆਰਡੀਨੈਂਸ ਨੂੰ ਲੈ ਕੇ ਕੀ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਸੰਵਿਧਾਨ ਦੇ ਵਿੱਚ ਤਬਦੀਲੀ ਕਰਕੇ ਤੁਹਾਡੀਆਂ ਸਾਰੀਆਂ ਤਾਕਤਾਂ ਖੋਹ ਸਕਦੇ ਹਾਂ, ਜਾਂ ਫਿਰ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਕਿ ਤੁਸੀਂ ਕੇਂਦਰੀਕਰਨ ਕਰਨਾ ਹੈ ਰਾਜਾਂ ਦੇ ਅਧਿਕਾਰਾਂ ਦਾ। ਸੁਖਵਿੰਦਰ ਜੀ ਇਹ ਦੇਖੋ, ਇਹਨੂੰ ਦੋ ਤਰ੍ਹਾਂ ਦੇਖਿਆ ਜਾ ਸਕਦਾ। ਇੱਕ ਨਾ ਤਕਨੀਕੀ ਤੌਰ ਤੇ, ਦੂਸਰਾ ਹੈ ਸਿਆਸੀ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਦੇ ਡਰ ਤੌਖਲੇ ਜਿਹੜੇ ਹਨ ਜਿਹੜੀ ਕਿ ਵਿਰੋਧੀ ਧਿਰਾਂ ਪ੍ਰਗਟ ਕਰ ਰਹੀਆਂ ਹੋਈਆਂ ਕਿ ਇਹ ਕੇਂਦਰੀਕਰਨ ਵੱਲ ਨੂੰ ਸੂਚਿਤ ਕਰਦੀਆਂ ਨੇ ਸਾਨੂੰ ਕਿ ਵੱਖ-ਵੱਖ ਰਾਜਾਂ ਦੇ ਵਿੱਚ, ਜਿਸ ਨੂੰ ਆਪਾਂ ਨੂੰ ਪਤਾ ਹੈ ਕਿ ਜਿਵੇਂ ਹੁਣ ਉਹਨਾਂ ਦਾ ਹੈ ਕਿ ਇੱਕ ਦੇਸ਼ ਹੈ ਤੇ ਇੱਕ ਬੋਲੀ ਹੋਵੇ, ਇੱਕ ਸੰਵਿਧਾਨ ਹੋਵੇ, ਇੱਕ ਵਿਧਾਨ ਹੋਵੇ, ਇੱਕ ਕਾਨੂੰਨ ਹੋਵੇ, ਇਸ ਤਰ੍ਹਾਂ ਦੀ ਯਾਨੀ ਕਿ ਜਿਹੜੀ ਹੈ ਤੇ ਉਹਦੇ ਵੱਲੋਂ ਯਤਨ ਵੀ ਹੋ ਰਿਹਾ, ਚਾਹੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋਵੇ ਤੇ ਚਾਹੇ ਟੈਕਸ। ਆਪਾਂ ਨੂੰ ਪਤਾ ਹੈ GST ਜਿਹੜਾ ਹੈ ਉਹ ਆਪਾਂ ਨੂੰ ਬਣ ਚੁੱਕਿਆ, ਆਪਾਂ ਨੂੰ ਪਤਾ ਕਿ ਉਹ ਕੇਂਦਰੀਕ੍ਰਿਤ ਸਾਰਾ ਹੋ ਗਿਆ। ਰੁਝਾਨ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਤਕਨੀਕੀ ਤੌਰ ਤੇ ਜੇ ਦੇਖਿਆ ਜਾਏ
ਤੇ ਉਹਦੇ ਵਿੱਚ ਦੋ ਗੱਲਾਂ ਧਿਆਨ ਵਿੱਚ ਰੱਖਣ ਵਾਲੀਆਂ ਹੈਗੀਆਂ, ਜਿੱਥੋਂ ਤੱਕ ਉਹ ਦਿੱਲੀ ਦੇ ਆਪਾਂ ਨੂੰ ਆਰਡੀਨੈਂਸ ਦੀ ਗੱਲ ਹੈ, ਤੇ ਅੱਜ ਬਿੱਲ ਉੱਥੇ ਦਾਖਲ ਹੋ ਗਿਆ ਪਾਰਲੀਮੈਂਟ 'ਚ। ਇੱਕ ਤੇ ਇਹ ਹੈ ਕਿ ਪਾਰਲੀਮੈਂਟ ਨੇ ਸੁਪਰੀਮ ਕੋਰਟ 'ਚ ਜਦੋਂ ਇਹ ਮਸਲਾ ਆਇਆ ਸੀ, ਤੇ ਸੁਪਰੀਮ ਕੋਰਟ ਦੀ ਧਾਰਨਾ ਇਹ ਸੀ ਕਿ ਜਿੱਥੇ ਕਿਤੇ ਵੀ ਚੁਣੀ ਹੋਈ ਵਿਧਾਨ ਸਭਾ ਹੋਏ, ਪ੍ਰਤੀਨਿਧ ਹੋਣ, ਉਸ ਖਿੱਤੇ ਦੇ ਵਿੱਚ ਕਾਨੂੰਨ ਸਾਜ਼ੀ ਦੀ ਤੇ ਐਡਮਿਨਿਸਟ੍ਰੇਸ਼ਨ ਦਾ ਅਧਿਕਾਰ ਵੀ ਉਹਨਾਂ ਕੋਲ ਹੋਣਾ ਚਾਹੀਦਾ ਹੈ। ਇਹ ਆਬਜ਼ਰਵੇਸ਼ਨ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਦੀਆਂ ਹਨ। ਕਹਿਣ ਤੋਂ ਭਾਵ ਇਹ ਕਿ ਡੈਮੋਕ੍ਰੈਟਿਕ ਪ੍ਰਿੰਸੀਪਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਜਿੱਥੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹੋਣ, ਜੇ ਉਹ ਲੋਕਾਂ ਪ੍ਰਤੀ ਜ਼ਿੰਮੇਵਾਰ ਹਨ ਤੇ ਪ੍ਰਸ਼ਾਸਨ ਦੀ ਵਾਗਡੋਰ ਵੀ ਉਹਨਾਂ ਹੱਥਾਂ ਵਿੱਚ ਹੋਣੀ ਚਾਹੀਦੀ ਹੈ। ਇਹ ਡੈਮੋਕ੍ਰੈਟਿਕ ਪ੍ਰਿੰਸੀਪਲ ਦੀ ਤਵੱਕੋ ਹੈ। ਜੇ ਇਹ ਨਹੀਂ ਕਰਾਂਗੇ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਲੋਕਤੰਤਰੀ ਸਿਧਾਂਤ ਦੀ ਅਵੇਲਣਾ ਕਰ ਰਹੇ ਹਾਂ। ਇਹ ਗੱਲ ਸੁਪਰੀਮ ਕੋਰਟ 'ਚ ਆਬਜ਼ਰਵੇਸ਼ਨ ਹੋਈ। ਪਰ ਤਕਨੀਕੀ ਤੌਰ ਤੇ ਇਹ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀਆਂ ਧਾਰਾਵਾਂ ਹਨ, ਉਹ ਪਾਰਲੀਮੈਂਟ ਨੂੰ ਅਧਿਕਾਰਤ ਕਰਦੀਆਂ ਹਨ ਕਿ ਉਹ ਦਿੱਲੀ ਦੇ ਬਾਰੇ ਉਹ ਕੋਈ ਵੀ ਕਾਨੂੰਨ ਬਣਾ ਸਕਦੀਆਂ, ਸੋਧ ਸਕਦੀਆਂ। ਉਹਦੀ ਪ੍ਰੋਵੀਜ਼ਨ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਕਿ ਆਰਟੀਕਲ 239 239 ਉਹਦੀ B ਕਲਾਜ਼ ਹੈ। ਉਹ ਇਹ ਹੈ ਜੀ ਕਿ ਨਥਿੰਗ ਇਨ ਸਬ ਕਲਾਜ਼ A shall derogate from the powers of Parliament under this Constitution to make laws with respect to any matter for a union territory or any part thereof। ਯਾਨੀ ਕਿ 239B ਦੇ ਵਿੱਚ ਇਹ ਅਧਿਕਾਰ ਦਿੱਤਾ ਹੋਇਆ ਹੈ, ਤਾਂ ਉਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਆਰਡੀਨੈਂਸ ਜਾਰੀ ਕੀਤਾ। ਆਰਡੀਨੈਂਸ ਆਪਾਂ ਨੂੰ ਪਤਾ ਹੈ ਕਿ ਇਹ 6 ਮਹੀਨਿਆਂ ਵਾਸਤੇ ਵੈਲਿਡ ਹੁੰਦਾ ਤੇ ਉਦੋਂ ਜਾਰੀ ਹੁੰਦਾ ਜਦੋਂ ਪਾਰਲੀਮੈਂਟ ਸੈਸ਼ਨ ਵਿੱਚ ਨਾ ਹੋਵੇ। ਤੇ ਉਹ ਹੁਣ ਇਹਨਾਂ ਨੇ ਉਹ ਕਾਨੂੰਨ ਦੀਆਂ ਧਾਰਾਵਾਂ ਇਹਦੇ ਤਹਿਤ ਲੈ ਕੇ ਆਂਦੀਆਂ। ਅੱਜ ਮੈਂ ਬਹਿਸ ਸੁਣ ਰਿਹਾ ਸੀਗਾ ਟੀਵੀ ਦੇ ਉੱਪਰ, ਜਿਹੜੀ ਪਾਰਲੀਮੈਂਟ 'ਚ ਡਿਸਕਸ਼ਨ ਚੱਲ ਰਹੀ ਸੀਗੀ, ਤੇ ਇਹ ਬਿਲਕੁਲ ਹੀ ਦੋਨੋਂ ਹੀ ਵਿਚਾਰਧਾਰਾਵਾਂ ਆ ਰਹੀਆਂ ਸੀ। ਇੱਕ ਇਹੀ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਖਤਰਨਾਕ ਰੁਝਾਨ ਹੈ, ਕੇਂਦਰੀਕਰਨ ਵੱਲ ਨੂੰ ਜਾਂਦਾ ਹੈ, ਔਰ ਇਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਆਬਜ਼ਰਵੇਸ਼ਨ ਕੀਤੀਆਂ ਸੀਗੀਆਂ ਉਸ ਦੀ ਮੁੱਢਲੀ ਧਾਰਨਾ ਦੇ ਖਿਲਾਫ ਹੈ। ਔਰ ਤਕਨੀਕੀ ਤੌਰ ਤੇ ਸ਼ਾਹ ਜੀ ਜਿਹੜੇ ਸਾਡੇ ਹੋਮ ਮਿਨਿਸਟਰ ਹਨ, ਉਹ ਤਕਨੀਕੀ ਤੌਰ ਤੇ ਦਲੀਲ ਲੈ ਰਹੇ ਸੀ, ਔਰ ਉਹ ਸੰਵਿਧਾਨ ਮੁਤਾਬਕ ਤਕਨੀਕੀ ਤੌਰ ਤੇ ਉਹ ਠੀਕ ਕਹਿ ਰਹੇ ਸੀਗੇ। ਹੁਣ ਮਸਲਾ ਇੱਥੇ ਹੀ ਹੈ ਕਿ ਤਕਨੀਕੀ ਤੌਰ ਤੇ ਆਪਾਂ ਇਹਨੂੰ ਸਮਝਣਾ ਹੈ ਜਾਂ ਸੁਪਰੀਮ ਕੋਰਟ ਦੀ ਜੋ ਭਾਵਨਾ ਸੀ ਉਹਨੂੰ ਧਿਆਨ ਵਿੱਚ ਰੱਖ ਕੇ ਇਹਦੇ ਬਾਰੇ ਗੱਲ ਕਰਨੀ ਹੈ। ਤੇ ਵਿਰੋਧੀ ਧਿਰਾਂ ਇਹੀ ਕਹਿ ਰਹੀਆਂ ਕਿ ਬੀਜੇਪੀ ਦਾ ਜੋ ਦ੍ਰਿਸ਼ਟੀਕੋਣ ਹੈ ਔਰ ਜੋ ਉਹਦੀ ਕਾਰਗੁਜ਼ਾਰੀ ਹੈ ਪਿਛਲੇ 9 ਸਾਲਾਂ ਦੀ, ਉਹ ਕੇਂਦਰੀਕਰਨ ਵੱਲ ਨੂੰ ਰੁਚਿਤ ਹੈ, ਔਰ ਉਸੇ ਦਿਸ਼ਾ ਦੇ ਵਿੱਚ ਇਹ ਕਦਮ ਪੁੱਟਿਆ ਜਾ ਰਿਹਾ। ਬਾਕੀ ਸਿਆਸਤ ਆਪਾਂ ਨੂੰ ਪਤਾ ਹੀ ਹੈ ਜੋ ਉੱਥੇ ਹੋ ਰਹੀ ਹੈ, ਆਮ ਆਦਮੀ ਪਾਰਟੀ ਔਰ ਬੀਜੇਪੀ ਦੀ ਆਪਸ ਪੋਲਿਟਿਕਸ ਚੱਲ ਰਹੀ ਹੈ। ਉਹ ਆਪਾਂ ਨੂੰ ਪਤਾ ਕਿ ਪਿਛੋਕੜ ਵਿੱਚ ਉਹੀ ਚੀਜ਼ ਪਈ ਹੈ। ਬਾਕੀ ਦਲੀਲਾਂ ਦੋਨਾਂ ਤਰ੍ਹਾਂ ਦੀਆਂ ਆਪੋ ਆਪਣੇ ਥਾਵਾਂ ਤੇ। ਜੀ ਸੁਖਵਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਰਾਈਟ, ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਰੋਕੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਜੀ। ਅਸੀਂ ਚਰਚਾ ਕੀਤੀ ਹੈ ਜੋ ਮੁਲਕ ਦੇ ਵਿੱਚ ਵਾਪਰ ਰਿਹਾ, ਵੱਖ-ਵੱਖ ਘਟਨਾਵਾਂ, ਭਾਵੇਂ ਹਰਿਆਣਾ ਦੇ ਨੂੰਹ ਦੀ ਹੋਵੇ ਜਾਂ ਹੋਰ ਜੋ ਕੁਝ ਪੰਜਾਬ ਦੇ ਵਿੱਚ ਚਿੰਤਤ ਜਿਹੜੇ ਨੇ ਮੁਸਲਿਮ ਭਾਈਚਾਰੇ ਦੇ ਲੋਕ ਜਾਂ ਘੱਟ ਗਿਣਤੀ ਦੇ ਲੋਕ ਵੀ ਰਹਿ ਰਹੇ ਨੇ ਕਿ ਆਖਿਰਕਾਰ ਬੀਤ ਕੀ ਰਿਹਾ, ਕੋਈ ਪਤਾ ਨਹੀਂ ਕਦੋਂ ਕਿਹੜਾ ਜਿਹੜਾ ਉਹ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਕੇ ਤੁਰਦਾ ਬਣੇ, ਮੁੜ ਕੇ ਉਸ ਤੋਂ ਬਾਅਦ ਹਾਲਾਤ ਕਿੱਦਾਂ ਦੇ ਹੋਣਗੇ। ਲੋਕਾਂ ਨੂੰ ਤਾਂ ਜਿਹੜਾ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ, ਤੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਸਿਰਫ ਵੋਟਾਂ ਤੱਕ ਜਿਹੜਾ
ਉਹਨਾਂ ਦਾ ਰੁਝਾਨ ਹੁੰਦਾ ਹੈ ਕਿ ਵੋਟਾਂ ਪੈਣਗੀਆਂ ਤੇ ਅਸੀਂ ਮੁੜ ਕੇ ਫਿਰ ਸੱਤਾ ਦੇ ਵਿੱਚ ਆਵਾਂਗੇ। ਉਮੀਦ ਹੈ ਕਿ ਲੋਕ ਜਿਹੜੇ ਨੇ ਸੁਚੇਤ ਰਹਿਣਗੇ, ਲਗਾਤਾਰ ਭਾਈਚਾਰਾ ਬਣਾ ਕੇ ਰੱਖਣਗੇ, ਇੱਕ ਦੂਜੇ ਦੀ ਬਾਹ ਫੜ ਕੇ ਰਹਿਣਗੇ। ਸਰਕਾਰਾਂ ਦਾ ਕੀ ਹੈ, ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਾਵਧਾਨ ਰਹੋ, ਬਹੁਤ ਸੋਚ ਸਮਝ ਕੇ ਜਿਹੜਾ ਆਪਣੀ ਵੋਟ ਹੱਕ ਦਾ ਇਸਤੇਮਾਲ ਕਰੋ। ਗਾਂ ਜਿਹੜੀਆਂ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਪੰਚਾਇਤ ਦੀਆਂ ਚੋਣਾਂ ਵੀ ਆਉਣੀਆਂ 2024 ਤੋਂ ਪਹਿਲਾਂ ਤੇ 2024 ਤੋਂ ਬਾਅਦ, ਮਤਲਬ ਕਿ ਹਰ ਵੇਲੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਵਰਤੇ ਨਾ ਜਾਈਏ। ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।